ਕਿਚਕਈਆ ਚੈਨਲ ਦੇ ਤਮਾਮ ਦਰਸ਼ਕਾਂ ਨੂੰ ਸਾਡੇ ਵੱਲੋਂ ਯੁਗ ਪੁਰਸ਼ ਗੁਰੂ ਨਾਨਕ ਸਾਹਿਬ ਦੇ ਅਵਤਾਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਧਾਈਆਂ ਹੋਣ ਜੀ ਬਹੁਤ ਸਾਰਿਆਂ ਨੂੰ। ਸੋ ਦਰਸ਼ਕੋ, ਅੱਜ ਬੜਾ ਮੁਬਾਰਕ ਦਿਨ ਹੈ ਤੇ ਅੱਜ ਬੜੀ ਇੱਕ ਵਿਡੰਬਣਾ ਵੀ ਹੈ ਕਿ ਇੱਕ ਉਹ ਸਦੀ ਸੀ ਜਿਹਨੂੰ ਅਸੀਂ 15ਵੀਂ ਸਦੀ ਕਹਿ ਦਿੰਦੇ ਆ, ਜਿਹੜੀ ਜੋਗੀਆਂ ਜੁਗੰਤਰਾਂ ਮਤਾਂਤਰਾਂ ਤੋਂ ਬਾਅਦ ਦੀ ਇੱਕ ਸਦੀ ਹੈ। ਔਰ ਬਹੁਤ ਸਾਰੇ ਮਤਭੇਦ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਜਾਂ ਉਹਨਾਂ ਨੂੰ ਕੱਟ ਕੇ ਇੱਕ ਸੱਚ ਦਾ ਮਾਰਗ ਦਰਸਾਉਣ ਵਾਲੇ ਗੁਰੂ ਨਾਨਕ ਸਾਹਿਬ ਦਾ ਆਗਮਨ ਹੁੰਦਾ ਹੈ। ਔਰ 1469 ਦੇ ਵਿੱਚ ਸੋ ਉਹਨਾਂ ਦੇ ਆਗਮਨ ਦੇ ਨਾਲ ਜਿੱਦਾਂ ਭਾਈ ਗੁਰਦਾਸ ਜੀ ਦੀ ਵਾਰ ਹੈ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੁਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲੂਆ। ਸੋ ਇਹਨਾਂ ਸਤਰਾਂ ਦੇ ਨਾਲ, ਇਹਨਾਂ ਸਤਰਾਂ ਦੇ ਵਿੱਚੋਂ ਬਹੁਤ ਵੱਡੀ ਕ੍ਰਾਂਤੀ ਦੀ ਝਲਕ ਸਾਨੂੰ ਮਿਲਦੀ ਹੈ। ਗੁਰੂ ਨਾਨਕ ਸਾਹਿਬ ਦੇ ਆਗਮਨ ਦੇ ਨਾਲ ਸੰਬੰਧਿਤ ਜਿਹੜੇ ਆਪਣਾ ਭਾਈ ਗੁਰਦਾਸ ਜੀ ਦੀ ਵਾਰ ਤੋਂ ਬਹੁਤ ਵੱਡਾ ਇੱਕ ਉਹ ਅਕੀਦਾ ਉੱਭਰ ਕੇ ਸਾਡੇ ਸਾਹਮਣੇ ਆਉਂਦਾ, ਜਿਹਨੂੰ ਅਸੀਂ ਇੱਕ ਕਹਿ ਸਕਦੇ ਹਾਂ ਕਿ ਮਹਾਂਕ੍ਰਾਂਤੀ ਦਾ ਇੱਕ ਦ੍ਰਿਸ਼ਟਾਂਤ ਸੀ। ਸੋ ਡਾਕਟਰ ਸਾਹਿਬ, ਸਮਾਂ ਵੀ ਦੇਖ ਲਓ ਕਿ ਕਿਰਤ ਦਾ ਸੰਕਲਪ ਬਾਬੇ ਨਾਨਕ ਨੇ ਦ੍ਰਿੜਾਇਆ ਸੀ। ਔਰ ਜਿਹੜਾ ਗੁਰੂ ਨਾਨਕ ਨੇ ਜਿਵੇਂ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਦਾ, ਇਸ ਦੀ ਵਿਲੱਖਣਤਾ ਨੂੰ ਜੇ ਅਸੀਂ ਐਕਸਪਲੇਨ ਕਰਨਾ ਚਾਹੀਏ, ਡਿਫਾਈਨ ਕਰਨਾ ਚਾਹੀਏ, ਤਾਂ ਮੇਰਾ ਖਿਆਲ ਵੀ ਸਾਡੇ ਕੋਲ ਸ਼ਬਦਾਂ ਦੀ ਘਾਟ ਪੈ ਜਾਣੀ ਆ। ਵਾਕਿਆ ਹੀ ਉਹਨਾਂ ਨੇ ਬਹੁਤ ਇੱਕ ਵਿਲੱਖਣ ਕੌਨਸੈਪਟ ਸਾਨੂੰ ਦਿੱਤਾ ਹੈ, ਕਿਰਤ ਦਾ ਕੌਨਸੈਪਟ ਤੇ ਮਾਨਵਤਾ ਦੇ ਆਧਾਰ ਦੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ। ਅੱਜ ਉਹ ਸਮਾਂ ਹੈ ਕਿ ਅੱਜ ਬਾਬੇ ਦਾ ਜਨਮ ਦਿਨ ਵੀ ਅਸੀਂ ਮਨਾ ਰਹੇ ਹਾਂ ਤੇ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ, ਵੈਸੇ ਤਾਂ ਗੁਰੂ ਨਾਨਕ ਸਾਹਿਬ ਗਏ ਕਿਤੇ ਨਹੀਂ, ਸਾਡੇ ਵਿੱਚ ਹੀ ਅਸੀਂ ਦੇਖ ਰਹੇ ਹਾਂ ਅੱਜ ਕਿਰਤੀ ਕਿਸਾਨਾਂ ਦੇ ਰੂਪ ਦੇ ਵਿੱਚ। ਤੇ ਅੱਜ ਕਿਰਤ ਦਾ ਸੰਕਲਪ ਦ੍ਰਿੜਾਉਣ ਵਾਲੇ ਉਸ ਬਾਬੇ ਦਾ ਜਿਹੜਾ ਇੱਕ ਜਨਮ ਦਿਨ ਹੈ, ਤੇ ਨਾਲ ਹੀ ਸਾਡੇ ਕਿਰਤੀ ਕਿਸਾਨੀ ਨਾਲ ਸੰਬੰਧਿਤ ਵੀਰ ਦਿੱਲੀ ਦੇ ਵਿੱਚ, ਦਿੱਲੀ ਦੇ ਤਖਤ ਦੇ ਨਾਲ ਇਹ ਉੱਥੇ ਮੱਥਾ ਲਾ ਕੇ ਬੈਠੇ ਹੋਏ ਨੇ। ਅੱਜ ਦੇ ਮੁਬਾਰਕ ਦਿਨ ਉਹਨਾਂ ਨੇ ਉੱਥੇ ਜਨਮ ਦਿਨ ਵੀ ਮਨਾਇਆ, ਤੁਹਾਨੂੰ ਉਹ ਵੀ ਝਲਕੀਆਂ ਅਸੀਂ ਦਿਖਾਵਾਂਗੇ। ਤੇ ਡਾਕਟਰ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਉਸ ਸਾਰੇ ਕੁਝ ਨੂੰ? ਪਰਮਵੀਰ, ਗੱਲ ਇਹ ਆ ਕਿ ਜੋ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਹੈ ਜੀ, ਇਹ ਮੈਂ ਸਮਝਦੀ ਹਾਂ ਕਿ ਭਾਰਤੀ ਹੀ ਨਹੀਂ ਦੁਨਿਆਵੀ ਇਤਿਹਾਸ ਦੇ ਵਿੱਚ ਇੱਕ ਤਰ੍ਹਾਂ ਨਾਲ ਉਹ ਦਿਹਾੜਾ ਜਿਹੜਾ ਸੀਗਾ ਅੱਜ ਦੇ ਦਿਨ ਦਾ ਇੱਕ ਕ੍ਰਾਂਤੀਕਾਰੀ ਦਿਹਾੜਾ ਸੀਗਾ, ਜਿਸ ਦਿਨ ਯੁਗ ਪੁਰਸ਼ ਗੁਰੂ ਨਾਨਕ ਸਾਹਿਬ ਨੇ ਜਨਮ ਲਿਆ ਜੀ। ਤਾਂ ਉਸ ਵੇਲੇ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਸਮਾਜ ਸੀ, ਕਿਸ ਤਰ੍ਹਾਂ ਦੇ ਅਕੀਦੇ ਸਨ। ਤਾਂ ਜਦੋਂ ਉਹ ਇਸ ਧਰਤੀ ਤੇ ਆਏ ਤਾਂ ਉਸ ਵੇਲੇ ਮਾਨਵਤਾ ਕਿਵੇਂ ਕੁਰਲਾ ਰਹੀ ਸੀ ਤੇ ਧਰਤੀ ਇੱਕ ਤਰ੍ਹਾਂ ਨਾਲ ਪਾਪਾਂ ਦੇ ਬੋਝ ਥੱਲੇ ਦੱਬੀ ਹੋਈ ਸੀ। ਤਾਂ ਗੁਰੂ ਜੀ ਦੇ ਆਗਮਨ ਦੇ ਨਾਲ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਹਨੇਰਾ ਵਾਪਸ ਚਲਾ ਗਿਆ ਤੇ ਗਿਆਨ ਦਾ ਇੱਕ ਸੂਰਜ ਚੜਿਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੂਆ। ਗਿਆਨ ਦਾ ਸੂਰਜ ਜਿਹੜਾ ਚੜਿਆ, ਉਸ ਗਿਆਨ ਦੇ ਸੂਰਜ ਨੇ ਇੱਕ ਕ੍ਰਾਂਤੀਕਾਰੀ ਰਿਸ਼ਮ ਜਿਹੜੀ ਸੀ ਉਹ ਸਾਰੇ ਭਾਰਤ ਦੇ ਵਿੱਚ ਬਿਖੇਰੀ। ਤੇ ਉੱਥੋਂ ਹੀ ਸਾਨੂੰ ਸਮਝ ਆਉਂਦੀ ਹੈ, ਮਾਫ ਕਰੋ ਵੀ ਅਸੀਂ ਇਕੱਲੇ ਭਾਰਤ ਨੂੰ ਛੱਡ ਕੇ ਕਹਿ ਲਈਏ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਦਿਮਾਗਾਂ ਨੂੰ ਰੋਸ਼ਨ ਕੀਤਾ। ਬਿਲਕੁਲ। ਤਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਤੇ ਫੇਰਾ ਪਾਇਆ ਤਾਂ ਉਸ ਤੋਂ ਬਾਅਦ ਜਦੋਂ ਪਾਂਦੇ ਉਹਨਾਂ ਨੂੰ ਜਨੇਊ ਪਾਉਣ ਲੱਗਦੇ ਆ ਤੇ ਉਸ ਵੇਲੇ ਉਹ ਪੁੱਛਦੇ ਆ ਕਿ ਕੀ ਇਹ ਜਨੇਊ ਮੇਰੀ ਭੈਣ ਦੇ ਵੀ ਪਾਇਆ ਜਾਏਗਾ? ਤੇ ਪਾਂਦਾ ਕਹਿੰਦਾ ਨਹੀਂ। ਤਾਂ ਗੁਰੂ ਜੀ ਪੁੱਛਦੇ ਕਿਉਂ? ਤਾਂ ਉਹ ਕਹਿੰਦੇ ਆ ਕਿ ਇਹ ਔਰਤ ਹੈ। ਮੇਰੇ ਖਿਆਲ ਪੰਡਿਤ ਹਰੀਦਾਸ, ਪੰਡਿਤ ਹਰੀਦਾਸ। ਤਾਂ ਉਹ ਕਹਿ ਰਹੇ ਆ ਕਿ ਜਿਹੜੇ ਧਰਮ ਦੇ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਨਹੀਂ ਮੰਨਿਆ ਜਾਂਦਾ, ਮੈਂ ਉਸ ਧਰਮ ਦੀ ਕੋਈ ਇੱਜ਼ਤ ਨਹੀਂ ਕਰਦਾ, ਮੇਰੇ ਵਾਸਤੇ ਉਹ ਧਰਮ ਨਾ ਦੇ ਬਰਾਬਰ ਹੈ, ਮੈਂ ਉਸ ਧਰਮ ਨੂੰ ਨਹੀਂ ਮੰਨਦਾ।
ਖੈਰ ਡਾਕਟਰ ਸਾਹਿਬ ਇੱਜ਼ਤ ਤਾਂ ਕਰਦੇ ਸੀ, ਪਰ ਉਹ ਕਹਿੰਦੇ ਸੀ ਵੀ ਮੈਂ ਉਸ ਧਰਮ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਦਾਖਲ ਨਹੀਂ ਹੋ ਸਕਦਾ। ਇੱਜ਼ਤ ਤਾਂ ਖੈਰ ਸਾਰੇ ਧਰਮਾਂ ਦੀ ਉਹਨਾਂ ਨੇ ਕੀਤੀ ਹੈ, ਕਦੇ ਵੀ ਉਹਨਾਂ ਦਾ ਨਿਰਾਦਰ ਕਿਸੇ ਧਰਮ ਦਾ ਉਹਨਾਂ ਵੱਲੋਂ ਨਹੀਂ ਹੋਇਆ। ਤੇ ਉਹਨਾਂ ਨੇ ਉਸ ਨੂੰ ਇੱਕ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਹਦੇ ਆਧਾਰ ਤੇ ਕਿਹਾ ਕਿ ਮੈਂ ਇਸ ਧਰਮ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਇੱਥੋਂ ਹੀ ਤੁਸੀਂ ਦੇਖਦੇ ਹੋ ਨਿਰਮਲ ਪੰਥ ਦੀ ਸ਼ੁਰੂਆਤ, ਨਿਰਮਲ ਪੰਥ ਦੀ ਸ਼ੁਰੂਆਤ ਇੱਥੋਂ ਹੀ ਹੋ ਗਈ। ਤਾਂ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜਿਹ ਕਾ ਹੈ ਤਪਾਂਡੇ ਘੱਟ, ਇਹ ਗੱਲ ਕਹਿ ਕੇ ਉਹਨਾਂ ਨੇ ਮਾਨਵਤਾ ਤੇ ਆਧਾਰਿਤ ਪੰਥ ਦੀ ਨੀਂਹ ਰੱਖ ਦਿੱਤੀ। ਦਰਸ਼ਕੋ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਜਨੇਊ ਦੇ ਵਿੱਚ ਜਿਹੜਾ ਗੱਲ ਕੀਤੀ ਵੀ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ, ਜੇਕਰ ਉਹ ਗੁਣ ਉਹਨਾਂ ਨੇ ਕਿਹਾ ਪੰਡਿਤ ਹਰੀਦੱਤ ਨੂੰ ਕਿ ਜੇ ਗੁਣ ਨਹੀਂ ਹੈਗੇ ਤਾਂ ਫਿਰ ਇਹ ਪਿੱਛੇ ਫੋਕਟ ਹੈ, ਫੋਕਟ ਕਰਮ ਤੁਸੀਂ ਕਰ ਰਹੇ ਹੋ। ਜੋ ਵੀ ਵਿਪਰਵਾਦ ਫੋਕਟ ਕਰਮਾਂ ਦੇ ਵਿੱਚ ਉਲਝਿਆ ਪਿਆ ਸੀ, ਕਈ ਸਦੀਆਂ ਉਲਝਿਆ ਰਿਹਾ, ਜਿਵੇਂ ਡਾਕਟਰ ਸਾਹਿਬ ਨੇ ਬਿਆਨ ਕੀਤਾ, ਕੋਈ 1-2 ਸਾਲ ਦੀ ਗੱਲ ਨਹੀਂ ਸੀ ਕਿ ਸੈਂਕੜੇ ਸਾਲਾਂ, ਮੇਰੇ ਖਿਆਲ ਨਾਲ ਡਾਕਟਰ ਸਾਹਿਬ ਇਹਦਾ ਸਾਨੂੰ ਸੁਣਨ ਪੜ੍ਹਨ ਨੂੰ ਹਜ਼ਾਰਾਂ ਸਾਲਾਂ ਜਿਹੜਾ ਇਹ ਮਤਲਬ ਵਿਪਰਵਾਦ ਦੇ ਵਿੱਚ, ਹਨੇਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਤੱਕ ਦਾ ਜਦੋਂ ਉਹਨਾਂ ਦੇ ਇੱਥੇ ਪ੍ਰਕਾਸ਼ ਹੋ ਜਾਂਦਾ ਹੈ ਤੇ ਉਦੋਂ ਤੱਕ ਜਿਹੜਾ ਹੈਗਾ ਸਦੀਆਂ ਪਹਿਲਾਂ, ਉਦੋਂ ਤੱਕ ਜਿਹੜਾ ਅਸੀਂ ਹਨੇਰੇ ਦੇ ਵਿੱਚ ਗੁਜ਼ਰ ਰਹੇ ਸੀਗੇ। ਔਰ ਜਿਵੇਂ ਕਿ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੜਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ ਹੋਂ ਹਾਲ ਵੀ ਗੁੰਨੀ ਹੋਈ ਅੰਧੇਰੇ ਰਾਹ ਨਾ ਕੋਈ ਵਿੱਚ ਹੁਣ ਮੈਂ ਕਰ ਦਖਰੋਈ। ਸੋ ਕਹਿ ਤੋਂ ਭਾਵ ਕਿ ਧਰਮ ਪੰਖ ਲਾ ਕੇ ਕਿਸੇ ਪਾਸੇ ਉੱਡ ਗਿਆ ਸੀ, ਕਿਉਂਕਿ ਧਰਮ ਦੀ ਜਿੰਨੀ ਦੇਰ ਸਾਨੂੰ ਸਹੀ ਉਹਦਾ ਡੈਫੀਨੇਸ਼ਨ ਨਹੀਂ ਪਤਾ, ਸਾਨੂੰ ਸਹੀ ਅਰਥ ਨਹੀਂ ਉਹਦੇ ਸਮਝ ਆਉਂਦੇ, ਜਿੰਨੀ ਦੇਰ ਅਸੀਂ ਧਰਮ ਦੇ 3 ਅੱਖਰਾਂ ਦਾ ਜਿਹੜਾ ਸੰਧੀ ਵਿਛੇਦ ਕਰਕੇ ਉਹਦੇ ਤੇ ਡੰਗਿਆਈ ਨਾਲ ਵਿਚਾਰ ਚਰਚਾ ਨਹੀਂ ਕਰਦੇ, ਉਦੋਂ ਤੱਕ ਅਸੀਂ ਕਈ ਭਰਮ ਭੁਲੇਖਿਆਂ ਦੇ ਵਿੱਚ ਉਲਝ ਕੇ ਰਹਿ ਜਾਵਾਂਗੇ। ਇਹੀ ਹਾਲਾਤ ਉਸ ਵੇਲੇ ਬਣੇ ਸੀ ਜਿਹੜੇ ਡਾਕਟਰ ਸਾਹਿਬ ਬਿਆਨ ਕਰ ਰਹੇ ਸੀਗੇ। ਤੇ ਡਾਕਟਰ ਸਾਹਿਬ, ਤੁਸੀਂ ਜਦੋਂ ਬਾਬੇ ਨਾਨਕ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ, ਉਸ ਵੇਲੇ ਦੇ ਦ੍ਰਿਸ਼ ਨੂੰ ਥੋੜਾ ਜਿਹਾ ਸਾਡੇ ਦਰਸ਼ਕਾਂ ਨਾਲ ਮਤਲਬ ਐਕਸਪਲੇਨ ਕਰੋ ਕਿ ਉਹਨਾਂ ਦਾ ਇਸ਼ਾਰਾ ਕੀ ਸੀ? ਉਹਨਾਂ ਦਾ ਇਸ਼ਾਰਾ ਇਹੀ ਸੀਗਾ ਕਿ ਜੇ ਤੁਹਾਡੇ ਅੰਦਰ ਦਇਆ ਨਹੀਂ ਹੈ, ਜਤਸਤ ਨਹੀਂ ਹੈ, ਤਾਂ ਇਸ ਤਰ੍ਹਾਂ ਦੀਆਂ ਮਾਨਵੀ ਕਦਰਾਂ ਕੀਮਤਾਂ ਨਹੀਂ ਹੈ, ਤਾਂ ਉਸ ਜਨੇਊ ਦਾ ਫਾਇਦਾ ਕੋਈ ਹੈ ਨਾ। ਤਾਂ ਇਸ ਵਾਸਤੇ ਉਹਨਾਂ ਨੇ ਉਹ ਜਨੇਊ ਪਾਉਣ ਤੋਂ ਇਨਕਾਰ ਕੀਤਾ। ਕਿਤੇ ਨਾ ਕਿਤੇ ਇਹ ਤਾਂ ਨਹੀਂ ਦਰਸਾਉਣਾ ਚਾਹੁੰਦੇ ਵੀ ਕ੍ਰਿਓਲਿਟੀ ਤੇ ਬੇਸਬਰ, ਕਿਉਂਕਿ ਜੇ ਮਾਨਵਤਾ ਨੂੰ ਉਹ ਮੁੱਖ ਰੱਖਦੇ ਆ ਤਾਂ ਉਹਦਾ ਸਿੱਧਾ ਸਾਦਾ ਅਰਥ ਹੀ ਇਹ ਬਣ ਜਾਂਦਾ ਹੈ ਕਿ ਉਹ ਜ਼ਾਲਮਾਨਾ ਵਤੀਰੇ ਦੇ ਵਿਰੁੱਧ ਸੀਗੇ। ਜਿੰਨਾ ਜ਼ੁਲਮ ਉਸ ਵੇਲੇ ਪ੍ਰਜਾ ਤੇ ਹੋ ਰਿਹਾ ਸੀ, ਜਿੰਨਾ ਅਤਿਆਚਾਰ ਉਸ ਵੇਲੇ ਆਮ ਜਨਤਾ ਤੇ ਹੋ ਰਿਹਾ ਸੀ, ਉਸ ਦੇ ਵਿਰੁੱਧ ਸੀਗੇ। ਤਾਂ ਇਸੇ ਕਰਕੇ ਉਹਨਾਂ ਨੇ ਇਸ ਮਾਨਵਤਾ ਨੂੰ ਸਾਹਮਣੇ ਰੱਖਦਿਆਂ ਹੋਇਆ ਪਾਂਡੇ ਨੂੰ ਜਨੇਊ ਪਾਉਣ ਤੋਂ ਇਨਕਾਰ ਕੀਤਾ। ਤਾਂ ਉਸ ਵੇਲੇ ਦਾ ਜਿਹੜਾ ਇਹ ਵਿਲੱਖਣ ਉਹਨਾਂ ਦਾ ਅੰਦਾਜ਼ ਸੀਗਾ, ਜਿਹਦੇ ਵਿੱਚ ਉਹਨਾਂ ਨੇ ਆਪਣੀ ਹਰ ਗੱਲ ਤਰਕ ਦੇ ਆਧਾਰ ਤੇ ਰੱਖੀ। ਤੁਸੀਂ ਤਾਂ ਇਸ ਚੀਜ਼ ਤੇ PhD ਕੀਤੀ, ਜਿਹੜਾ ਨਿਰਮਲ ਸੰਪਰਦਾ ਹੈਗੀ ਹੈ, ਸੰਪਰਦਾ ਹੀ ਕਹਿ ਸਕਦੇ ਹਾਂ, ਇਹ ਕੀ ਇਸੇ ਕਨਸੈਪਟ ਚੋਂ ਨਿਕਲੀ ਜਾਂ ਇਸੇ ਨੂੰ ਹੀ ਉਹਨਾਂ ਨੇ ਯੂਜ਼ ਕਰਕੇ ਨਿਰਮਲ ਪੰਥ ਦਾ ਨਾਮ? ਕਿਉਂਕਿ ਜਿਹੜੀ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਗੱਲ ਕਰਦੇ ਆ, ਨਿਰਮਲ ਪੰਥ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ। ਨਿਰਮਲ ਪੰਥ ਜਿਹੜਾ ਭਾਈ ਗੁਰਦਾਸ ਦਾ ਕਨਸੈਪਟ ਦਿੱਤਾ ਹੋਇਆ ਕਿ ਨਿਰਮਲ ਪੰਥ ਗੁਰੂ ਨਾਨਕ ਨੇ ਚਲਾਇਆ, ਉਹਦਾ ਮਤਲਬ ਸੀਗਾ ਕਿ ਮਾਨਵਤਾ ਦੇ ਆਧਾਰ ਦੇ ਉੱਤੇ ਚਲਾਇਆ। ਜਿਹੜਾ ਨਿਰਮਲਾ ਪੰਥ ਬਾਅਦ ਦੇ ਵਿੱਚ ਚੱਲਿਆ, ਉਹ ਖਾਲਸਾ ਪੰਥ ਦੇ ਵਿੱਚੋਂ ਹੀ ਨਿਕਲੀ ਹੋਈ ਇੱਕ ਸ਼ਾਖਾ ਹੈ। ਮੈਂ ਇਸ ਕਰਕੇ ਡਾਕਟਰ ਸਾਹਿਬ ਦੇ, ਕਿਉਂਕਿ ਇਹ ਹੈ ਤਾਂ ਵੈਸੇ ਇਹਦੇ ਨਾਲ ਰਿਲੇਟਡ ਕੁਐਸਚਨ ਨਹੀਂ ਹੈਗਾ, ਮੈਂ ਇਸ ਕਰਕੇ ਕਿਉਂਕਿ ਇਹਨਾਂ ਨੇ PhD ਕੀਤੀ ਹੈਗੀ ਆ ਇਸੇ ਵਿਸ਼ੇ ਤੇ, ਉੱਤਰੀ ਭਾਰਤ ਦੀਆਂ ਨਿਰਗੁਣ ਸੰਪਰਦਾਵਾਂ। ਸੋ ਇਹਨਾਂ ਨੂੰ ਬਹੁਤ ਬੈਟਰ ਇਹਨਾਂ ਚੀਜ਼ਾਂ ਦੇ ਬਾਰੇ ਪਤਾ, ਬੜੀ ਚੀਰ-ਫਾੜ ਕੀਤੀ ਹੈ ਇਹਨਾਂ ਨੇ। 9 ਸਾਲ 2 PhDਆਂ ਕੀਤੀਆਂ ਤੇ 9 ਸਾਲ ਇਹਨਾਂ ਨੇ ਇਸੇ ਕਾਸੇ ਤੇ ਲਾਏ ਆ, ਇਹਨਾਂ ਚੀਜ਼ਾਂ ਦੀ ਬਹੁਤ ਚੀਰ-ਫਾੜ ਕੀਤੀ ਹੈ, ਬੜੀ ਡੂੰਘਾਈ ਤੱਕ ਜਾ ਕੇ ਇਹ ਚੀਜ਼ਾਂ ਸਾਡੇ ਸਾਹਮਣੇ ਲੈ ਕੇ ਆਏ ਨੇ, ਇਹ ਜਿਹੜੇ ਇਹਨਾਂ ਨੇ ਖੋਜ ਪੱਤਰ ਲਿਖ ਕੇ ਦਿੱਤੇ ਨੇ ਸਾਨੂੰ। ਸੋ ਉਹਦੇ ਵਿੱਚ ਨਿਰਮਲ ਪੰਥ ਦੀ ਇਹਨਾਂ ਨੇ ਗੱਲ ਕੀਤੀ, ਸੰਪਰਦਾਵਾਂ ਜਿੰਨੀਆਂ ਵੀ ਭਾਰਤ ਦੀਆਂ, ਉੱਤਰੀ ਭਾਰਤ ਦੀਆਂ ਨਿਰਗੁਣ ਸੰਪਰਦਾਵਾਂ ਹੈਗੀਆਂ ਨੇ, ਉਹ ਕਦੇ ਫਿਰ ਵੀ ਆਪਾਂ ਗੱਲ ਕਰਾਂਗੇ। ਪਰ ਵੀਰ ਇੱਥੇ ਮੈਂ ਤੁਹਾਨੂੰ ਇੱਕ ਦਰੁਸਤੀ ਕਰ ਦਿਆਂ ਤੁਹਾਡੀ। ਮੈਂ ਜਿਹੜੀ PhDਆਂ ਕੀਤੀਆਂ ਨੇ ਦੋਨੋਂ, ਹਿੰਦੀ ਤੇ ਪੰਜਾਬੀ ਦੇ ਵਿੱਚ, ਉਹ ਮੇਰਾ ਵਿਸ਼ਾ ਰਿਹਾ ਹੈ ਸੰਤ ਬਾਣੀ। ਜਿਹੜਾ ਇਹ ਉੱਤਰੀ ਭਾਰਤ ਦੀਆਂ ਪ੍ਰਮੁੱਖ ਨਿਰਗੁਣ ਸੰਪਰਦਾਵਾਂ, ਇਹ ਮੇਰਾ ਥੀਸਿਸ ਨਹੀਂ ਹੈ, ਬਲਕਿ ਮੈਂ ਜਦੋਂ ਹਿੰਦੀ ਦੀ PhD ਕਰ ਰਹੀ ਸੀ, ਉਸ ਵੇਲੇ ਮੈਨੂੰ ਕੁਝ ਇੱਕ ਸੰਪਰਦਾਵਾਂ ਦਾ ਪਤਾ ਲੱਗਿਆ ਜਿਹੜੀਆਂ ਕਿ ਉੱਤਰੀ ਭਾਰਤ ਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਹੀ ਕਾਇਮ ਦਾਇਮ ਨੇ ਜਿਸ ਤਰ੍ਹਾਂ ਸਾਡਾ ਸਿੱਖ ਧਰਮ। ਜਿਵੇਂ ਅਸੀਂ ਨਿਰੰਕਾਰ ਬ੍ਰਹਮ ਨੂੰ ਪੂਜਦੇ ਹਾਂ, ਉਸੇ ਤਰ੍ਹਾਂ ਉਹ ਨਿਰੰਕਾਰ ਬ੍ਰਹਮ ਨੂੰ ਪੂਜਦੇ।
ਤੇ ਉਸ ਕਰਕੇ ਮੈਂ ਉਹ ਉੱਤਰੀ ਭਾਰਤ ਦੀਆਂ ਪ੍ਰਮੁੱਖ ਨਿਰਗੁਣ ਸੰਪਰਦਾਵਾਂ ਤੇ ਕੰਮ ਕੀਤਾ ਸੀਗਾ ਆਪਣੀ PhD ਤੋਂ ਬਾਅਦ। ਜੀ ਤਾਂ ਹਿੰਦੀ ਦੀ PhD ਪੂਰੀ ਹੋਈ ਮੇਰੀ 1992 ਦੇ ਵਿੱਚ, ਤੇ 1992 ਤੋਂ ਲੈ ਕੇ 2005 ਤੱਕ ਮੈਂ ਇਹ ਖੋਜ ਕੀਤੀ ਕਿ ਹੋਰ ਕਿਹੜੀਆਂ ਸੰਪਰਦਾਵਾਂ ਹੈਗੀਆਂ ਨੇ ਜਿਹੜੀਆਂ ਸਾਡੇ ਸਿੱਖ ਧਰਮ ਵਾਂਗ ਹੀ ਨਿਰਾਕਾਰ ਬ੍ਰਹਮ ਦੀ ਮਤਲਬ ਉਹਨੂੰ ਆਰਾਧਦੀਆਂ ਨੇ, ਉਹਨੂੰ ਮੰਨਦੀਆਂ ਨੇ। ਤਾਂ ਉਹਦੇ ਵਿੱਚ ਕੁਝ 46 ਦੇ ਕਰੀਬ ਜਿਹੜੀਆਂ ਸਿੱਖ ਧਰਮ ਦੀਆਂ ਵੱਖ-ਵੱਖ ਸ਼ਾਖਾਵਾਂ ਸੀਗੀਆਂ, ਉਹਨਾਂ ਸਮੇਤ ਖਾਲਸਾ ਪੰਥ ਸਮੇਤ ਮੈਂ 46 ਸੰਪਰਦਾਵਾਂ ਦਾ ਜ਼ਿਕਰ ਕੀਤਾ। ਇਹ ਮੇਰਾ ਥੀਸਿਸ ਨਹੀਂ ਸੀਗਾ, ਬਲਕਿ ਖੋਜ ਪ੍ਰਬੰਧ ਸੀਗਾ ਜਿਹੜਾ ਮੈਂ ਆਜ਼ਾਦਾਨਾ ਤੌਰ ਤੇ ਆਪਣੇ ਤੌਰ ਤੇ ਕੀਤਾ, ਤੇ ਇਹਦੀ ਬੜੀ ਸ਼ਲਾਘਾ ਵੀ ਹੋਈ ਲੋਕਾਂ ਦੇ ਵਿੱਚ। ਔਰ ਇਹਨੂੰ ਫਸਟ ਹੈਂਡ ਨੌਲੇਜ ਜਿਹੜੀ ਹੈ ਖੋਜਾਰਥੀਆਂ ਵਾਸਤੇ ਉਹ ਕਹੀ ਜਾ ਸਕਦੀ ਹੈ, ਜਦੋਂ ਕਿ ਮੇਰਾ ਆਪਣੇ ਜਿਹੜੇ ਦੋਨੋਂ ਥੀਸਿਸ ਹੈਗੇ ਆ ਉਹ ਸੰਤ ਬਾਣੀ ਨਾਲ ਰਿਲੇਟਡ। ਤੇ ਇਸੇ ਕਰਕੇ ਆਪਾਂ ਇਹਨਾਂ ਦੇ ਸਾਹਮਣੇ ਕੁਐਸਚਨ ਰੱਖਿਆ ਕਿ ਵੀ ਨਿਰਮਲ ਪੰਥ ਜਿਹੜਾ, ਵੈਸੇ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਨਿਰਮਲ ਪੰਥ ਜਿਹੜਾ ਗੁਰੂ ਨਾਨਕ ਸਾਹਿਬ ਨੇ ਚਲਾਇਆ ਵੱਖਰਾ, ਤੇ ਅੱਜ ਜਿਹੜੇ ਨਿਰਮਲੇ ਕਹੇ ਜਾਂਦੇ ਨੇ ਉਹ ਅਲੱਗ ਨਿਰਮਲੀ ਸੰਪਰਦਾ ਹੈਗੀ, ਉਹਨੂੰ ਨਿਰਮਲੇ ਕਿਹਾ ਜਾਂਦਾ। ਅੱਛਾ, ਨਿਰਮਲੇ ਡਾਕਟਰ ਸਾਹਿਬ ਆਪਾਂ ਇੱਥੇ ਨਿਰਮਲ ਸ਼ਬਦ ਦਾ ਵੀ ਥੋੜਾ ਜਿਹਾ ਬਰੀਫ ਜਿਹਾ ਇੱਥੇ ਨਿਰ ਨਾ ਹੋਣਾ, ਮਲ ਮੈਲ, ਜਿਹਦੇ ਵਿੱਚ ਮੈਲ ਨਹੀਂ ਹੈ, ਸਾਫ਼ ਹੈ, ਬਿਲਕੁਲ ਸ਼ਫਾਫ ਹੈ, ਜਿਹਨੂੰ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਜਿਸਨੂੰ ਖਾਲਸ ਤੋਂ ਖਾਲਸਾ ਬਣਾ ਦਿੱਤਾ, ਸ਼ੁੱਧ ਬਿਲਕੁਲ। ਮਤਲਬ ਕਹਿਣ ਤੋਂ ਭਾਵ ਕਿ ਗੁਰੂ ਨਾਨਕ ਤੋਂ ਲੈ ਕੇ 10ਵੇਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਗੁਰੂ ਨਾਨਕ, ਕਿਉਂਕਿ ਜੋਤ ਕਨਵਰਟ ਹੁੰਦੀ ਇੱਕ ਤੋਂ ਇੱਕ 10 ਜਿਹੜੇ ਨਾਰਾਇਣ ਪੈਦਾ ਹੋਏ, 10 ਜੋਤਾਂ, ਜਿਹੜੀ ਜੋਤ ਅਕਾਲ ਪੁਰਖ ਦੀ ਵਾਹਿਗੁਰੂ ਦੀ ਗੁਰੂ ਨਾਨਕ ਸਾਹਿਬ ਤੋਂ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਆ ਜਾਂਦੀ ਆ, ਤੇ ਖਾਲਸਾ ਪੰਥ ਦੀ ਉਹ ਸਾਜਨਾ ਕਰਦੀ, ਕਿਉਂਕਿ ਸਮੇਂ ਦੀ ਜਿਵੇਂ ਸਮੇਂ ਦੀ ਮੰਗ ਹੋਈ ਸੀ। ਕਿਉਂਕਿ ਵੇਖੋ ਗੁਰੂ ਅੰਗਦ ਸਾਹਿਬ ਸੀਗੇ, ਉਹਨਾਂ ਨੇ ਅਖਾੜੇ ਲਾਏ ਸੀ, ਮਤਲਬ ਜਿਹੜੇ ਗੁਰੂ ਅਮਰਦਾਸ ਜੀ ਨੇ ਜਿਹੜੀ ਪੰਗਤ ਦੀ ਰੀਤ ਚਲਾਈ, ਔਰ ਉਹਨਾਂ ਨੇ ਇੱਕ ਬਹੁਤ ਵੱਡੀ ਇੱਕ ਕ੍ਰਾਂਤੀ ਜਿਹੜੀ ਔਰਤ ਜਾਤ ਦੀ ਜੀਵਨ ਦੇ ਵਿੱਚ ਲੈ ਕੇ ਆਈ, ਪਰਦੇ ਦੀ ਰਸਮ ਬਿਲਕੁਲ ਵਰਤ ਤੋਂ ਮੋੜਿਆ। ਇਹ ਡਾਕਟਰ ਸਾਹਿਬ 22 ਮੰਜੀਆਂ ਮੇਰੇ ਖਿਆਲ ਸਥਾਪਿਤ ਕੀਤੀਆਂ। ਉਹ 22 ਮੰਜੀਆਂ ਬਾਅਦ ਚ ਹੋਈਆਂ ਸਥਾਪਿਤ, ਨਹੀਂ 22 ਮੰਜੀਆਂ ਨੂੰ ਇਸੇ ਪ੍ਰਚਾਰ ਲਈ ਨਹੀਂ ਸਥਾਪਿਤ ਕੀਤਾ। 22 ਮੰਜੀਆਂ ਗੁਰੂ ਸਾਹਿਬ ਨੇ ਸਥਾਪਿਤ ਕੀਤੀਆਂ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿ ਉਹਨਾਂ ਦੀ ਜ਼ਿੰਮੇਵਾਰੀ ਇਹ ਲਾਈ ਸੀਗੀ ਕਿ ਉਹ ਜਗ੍ਹਾ ਜਗ੍ਹਾ ਜਾ ਕੇ 22 ਜਗ੍ਹਾ ਤੇ ਜਾ ਕੇ ਉਹਨਾਂ ਨੇ ਇਸ ਚੀਜ਼ ਦਾ ਪ੍ਰਚਾਰ ਕੀਤਾ। ਪ੍ਰਚਾਰ ਕੀ ਕੀਤਾ ਕਿ ਜਿਹੜੀਆਂ ਰੂੜੀਵਾਦੀ ਪਰੰਪਰਾਵਾਂ ਹੈਗੀਆਂ, ਘੁੰਡ ਦੀ ਪਰੰਪਰਾ ਹੋ ਗਈ, ਸਤੀ ਪ੍ਰਥਾ ਦੀ ਪਰੰਪਰਾ, ਇਸ ਨੂੰ ਲੋਕਾਂ ਨੂੰ ਜਾਗਰੂਕ ਕੀਤਾ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਗੁਰੂ ਰਾਮਦਾਸ ਜੀ ਮਹਾਰਾਜ ਅੰਮ੍ਰਿਤਸਰ ਸ਼ਹਿਰ ਵਸਾਇਆ, ਔਰ ਜਿਹੜਾ ਦਰਬਾਰ ਸਾਹਿਬ ਦੀ ਨੀਂਹ ਜਿਹੜੀ ਸੀਗੀ ਉਹ ਗੁਰੂ ਅਰਜਨ ਦੇਵ ਜੀ ਨੇ ਰੱਖੀ। ਜੀ ਸੋ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ 10 ਪਾਤਸ਼ਾਹੀਆਂ ਦਾ ਇੱਕ ਬਹੁਤ ਵੱਡਾ ਮਾਨਵਤਾ ਦੀ ਜੀਵਨ ਦੇ ਵਿੱਚ ਇੱਕ ਕ੍ਰਾਂਤੀ ਲਿਆਉਣ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੈ। ਔਰ ਮੈਂ ਤਾਂ ਇਹ ਕਹੂੰਗੀ ਕਿ ਵੀ ਅਸੀਂ ਜਦੋਂ ਗੱਲ ਕਰਦੇ ਹਾਂ ਗੁਰੂ ਸਾਹਿਬਾਨਾਂ ਦੇ ਪ੍ਰਤੀ, ਤੇ ਉਹ ਬਹੁਤ ਛੋਟੀ ਹੈ, ਤਿੰਨ ਮਾਤਰ ਜਿਵੇਂ ਧਰਤੀ ਤੇ ਪਿੱਸੂ ਜਾ ਰਹੇ ਹੁੰਦੇ ਨਾ, ਜ਼ਰਰੇ ਦੇ ਬਰਾਬਰ ਵੀ ਇੰਨਾ ਨੌਲੇਜ ਆ ਉੱਥੇ, ਇੰਨਾ ਗਿਆਨ ਦਾ ਮੁਜੱਸਮਾ ਹੈ ਕਿ ਅਸੀਂ ਤਾਂ ਜ਼ਰਾ ਵੀ ਨਹੀਂ ਉਹ ਚੋਂ ਪਕੜ ਪਾਉਂਦੇ। ਔਰ ਕਈ ਵਾਰੀ ਅਸੀਂ ਗਲਤੀ ਕਰ ਜਾਂਦੇ, ਜਾਣਦੇ ਬੁੱਝਦੇ ਹੋਏ ਵੀ ਸਾਨੂੰ ਉਸ ਵੇਲੇ ਮੌਕੇ ਤੇ ਧਿਆਨ ਹੀ ਨਹੀਂ ਰਹਿੰਦਾ, ਅਸੀਂ ਕੁਝ ਤਾਂ ਕੁਝ ਬੋਲ ਜਾਂਦੇ। ਸੋ ਇਹ ਦਰਸ਼ਕ ਸਾਨੂੰ ਮਾਫ ਕਰਨ, ਖਿਮਾ ਦੇ ਜਾਚਕ ਆ, ਹਨਾ। ਅਸੀਂ ਬੰਦਾ, ਕਿਉਂਕਿ ਬੰਦਾ ਹਮੇਸ਼ਾ ਭੁੱਲਣਹਾਰ ਹੈ। ਬਿਲਕੁਲ, ਇਹ ਜੇ ਗੁਰੂ ਸਾਹਿਬ ਆਪ ਸਿਰ ਦੇ ਉੱਤੇ ਹੱਥ ਰੱਖ ਕੇ ਆਪਣਾ ਜਸ ਕੀਰਤੀ ਕਿਸੇ ਤੋਂ ਕਰਵਾਉਣ ਤੇ ਹੋ ਸਕਦੀ, ਅਦਰਵਾਈਜ਼ ਸਾਡੇ ਵਰਗੇ ਨਿਗੂਣੇ ਜਿਹੜੇ ਬੰਦੇ ਹੈਗੇ ਆ, ਉਹਨਾਂ ਦੀ ਕੋਈ ਔਕਾਤ ਨਹੀਂ। ਮੈਂ ਬਾਰ-ਬਾਰ ਇਸ ਮਾਧਿਅਮ ਰਾਹੀਂ ਕਹੀ ਹੈ, ਜੇ ਕਿਧਰੇ ਗੁਰੂ ਸਾਹਿਬਾਨਾਂ ਦੀ ਜਿਹੜੀ ਕੋਈ ਗੱਲ ਕਰਦੇ ਆ ਉਹਨਾਂ ਦੀ ਸ਼ਾਨ ਦੇ ਖਿਲਾਫ ਤਾਂ ਵੈਸੇ ਸਾਡੀ ਕੋਸ਼ਿਸ਼ ਨਹੀਂ। ਜੇ ਕਿਤੇ ਊਨਤਾ ਹੀ ਰਹਿ ਗਈ ਹੋਵੇ ਤੇ ਫਿਰ ਦਰਸ਼ਕ ਜਿਹੜੇ ਹੈਗੇ ਆ, ਜਿਹੜੀ ਸੰਗਤ ਆ, ਉਹ ਬਖਸ਼ਣਹਾਰ ਹੈ, ਕਿਉਂਕਿ ਕਿਤੇ ਨਾ ਕਿਤੇ ਜ਼ਰੂਰ ਊਨਤਾਈਆਂ ਰਹਿ ਜਾਣੀਆਂ ਰਹਿੰਦੀਆਂ। ਸੋ ਆਪਾਂ ਗੱਲ ਕਰ ਲੈਂਦੇ ਕਿ ਗੁਰੂ ਨਾਨਕ ਸਾਹਿਬ ਦੇ ਨਵੇਂ ਕਨਸੈਪਟ ਦੀ, ਨਵਾਂ ਕੀ ਕਨਸੈਪਟ ਸੀਗਾ, ਕਿਉਂਕਿ ਗੁਰਮਤਿ ਵਿਚਾਰਧਾਰਾ ਦੇ ਖਾਲਸਾ ਪੰਥ ਕੋਈ ਬਹੁਤ ਪੁਰਾਣਾ ਨਹੀਂ ਹੈ। ਇਹ ਬਿਲਕੁਲ ਮਾਡਰਨ ਅਸੀਂ ਕਹਿ ਸਕਦੇ ਹਾਂ, ਮਾਡਰਨ ਵੀ ਹੈ, ਵਿਗਿਆਨਕ ਵੀ ਹੈ ਜੀ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹ ਆਪਣਾ ਸਿੱਕਾ ਚਲਾਉਣ 'ਚ ਸਮਰੱਥ ਹੈ। ਡਾਕਟਰ ਸਾਹਿਬ, ਮੈਂ ਜਦੋਂ ਇਸ ਚੀਜ਼ ਤੇ ਖੋਜ ਕਰਨੀ ਸ਼ੁਰੂ ਕੀਤੀ ਤੇ ਮੈਂ ਬੜੀ ਹੈਰਾਨ ਹੋਈ ਕਿ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਨੀ ਸ਼ੁਰੂ ਕੀਤੀ,
ਤੇ ਜਿਹੜਾ ਇੱਕ ਲਫ਼ਜ਼ ਇੱਕ ਸ਼ਬਦ ਇੱਕ ਤੁਕ ਜਿਹੜੀ ਆ ਉਹ ਸਾਇੰਟੀਫਿਕ ਬਿਲਕੁਲ ਔਰ ਮਤਲਬ ਬੜੀ ਲੌਜੀਕਲ ਗੱਲ ਜਿਹੜੀ ਆ ਜ਼ਿੰਦਗੀ ਦੇ ਹਰ ਪੱਖ ਤੇ ਉਹਨਾਂ ਨੇ ਵਿਚਾਰ ਬੜਾ ਡੂੰਘਾ ਟੀਕਾ ਕਹਿ ਸਕਦੇ ਅਸੀਂ ਕੀਤਾ, ਬਹੁਤ ਡੂੰਘਾ ਟੀਕਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਕਮਾਲ ਮਤਲਬ ਇੱਕ ਪਾਸੇ ਉਹਨਾਂ ਨੇ ਜੇ ਮਾਨਵਤਾ ਨੂੰ ਲਿਆ, ਦੂਜੇ ਪਾਸੇ ਉਹਨਾਂ ਨੇ ਕਿਰਤ ਦਾ ਸੰਕਲਪ ਲਿਆ। ਜੀ 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 ਕਿਰਤ ਕਰੋ ਜੀ। ਫਿਰ ਉਹਨਾਂ ਨੇ ਵਪਾਰ ਬਾਰੇ ਦੱਸਿਆ, ਵਪਾਰ ਕਿਵੇਂ ਦਾ ਹੋਣਾ ਚਾਹੀਦਾ। ਤੁਹਾਡੇ ਕਹਿੰਦਾ ਮਤਲਬ ਸਬਜੈਕਟ ਵਾਈਜ਼ ਉਹਨਾਂ ਨੇ ਹਰ ਵਿਸ਼ਾ ਜਿਹੜਾ ਜ਼ਿੰਦਗੀ ਦਾ ਸੀਗਾ ਉਸ ਨੂੰ ਛੂੰਹਦੇ ਗਏ ਔਰ ਦਲੀਲ ਦੇ ਨਾਲ ਆਪਣੀ ਗੱਲ ਰੱਖਦੇ ਗਏ। ਮੈਂ ਸਮਾਜ ਨੂੰ ਇੱਕ ਕਲਾਸ ਸਮਝ ਕੇ ਇੱਕ ਜਿਹੜੀ ਪ੍ਰਾਇਮਰੀ ਕਲਾਸ ਹੁੰਦੀ ਹੈ ਨਾ, ਪ੍ਰਾਇਮਰੀ ਐਜੂਕੇਸ਼ਨ, ਜਦੋਂ ਅਸੀਂ ਬੱਚੇ ਨੂੰ ਉਂਗਲ ਲਾ ਕੇ ਸਕੂਲ ਦੇ ਵਿੱਚ ਲੈ ਕੇ ਜਾਂਦੇ ਆ ਤੇ ਇਹ ਅਧਿਆਪਕ ਦੀ ਇੱਕ ਕਰਾਮਾਤ ਹੀ ਕਹਿ ਸਕਦੇ ਆ ਕਿ ਡੀਸੀ ਤੱਕ ਬਣਾ ਦਿੰਦੇ ਜੇ ਬੱਚੇ ਲਗਨ ਲਾ ਕੇ ਪੜ੍ਹਦੇ ਆ, ਮਿਹਨਤ ਕਰਦੇ ਹਨ। ਜਦੋਂ ਬੱਚੇ ਨੂੰ ਕੁਝ ਨਹੀਂ ਆਉਂਦਾ ਹੁੰਦਾ, ਊੜਾ ਕਹਿਣਾ ਨਹੀਂ ਆਉਂਦਾ ਹੁੰਦਾ, ਕੁਝ ਕੋਰੀ ਸਲੇਟ ਹੁੰਦਾ, ਇਸੇ ਤਰ੍ਹਾਂ ਮੇਰੇ ਖਿਆਲ ਉਸ ਵੇਲੇ ਸਮਾਜ ਇੱਕ ਕੋਰੀ ਸਲੇਟ ਵਾਂਗ ਵਿਚਰ ਰਿਹਾ ਸੀ। ਸਲੇਟ ਨਹੀਂ, ਉਸ ਵੇਲੇ ਕਹਿ ਸਕਦੇ ਵਿਗੜਿਆ ਹੋਇਆ ਬੱਚਾ ਸੀ। ਬਿਲਕੁਲ ਕਿਉਂਕਿ ਗੁਰੂ ਨਾਨਕ ਦੀ ਸਮਰੱਥਾ ਹੀ ਸੀ ਕਿ ਆਪਣੇ ਆਪ ਨੂੰ ਬੇਤਾਲਾ ਵਰਗੇ ਸ਼ਬਦ ਕਹਾ ਕੇ ਵੀ, ਪਾਗਲ ਕਹਾ ਕੇ ਵੀ, ਉਹਨਾਂ ਨੇ ਕੋਈ ਗੁੱਸਾ ਗਿਲਾ ਨਾ ਕਰਕੇ ਵੀ ਆਪਣੀ ਗੱਲ ਬਕਾਇਦਾ ਦਲੀਲ ਦੇ ਢੰਗ ਨਾਲ ਰੱਖ ਕੇ ਲੋਕਾਂ ਨੂੰ ਮਨਵਾ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਇੱਕ ਹੋਰ ਗੱਲ ਦਰਸ਼ਕੋ, ਬੜੀ ਹੀ ਪਿਆਰੀ ਇੱਕ ਵਿਲੱਖਣ ਗੱਲ ਜਿਹੜੀ ਇੱਥੇ ਅਸੀਂ ਕਹਿ ਸਕਦੇ ਹਾਂ, ਉਹ ਇਹ ਹੈ ਕਿ ਤੁਸੀਂ ਹੈਰਾਨ ਹੋਵੋਗੇ ਜੇ ਕਦੇ ਧਿਆਨ ਦਿੱਤਾ ਹੋਵੇ। ਦੱਸੋ ਤੁਸੀਂ ਵੀ ਇਹਦੇ ਵੱਲ ਬੜਾ ਵਿਚਾਰ ਕਿ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਲੈਣੀ ਜਾਂ ਜਿਹੜਾ ਸੰਕਲਨ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਹੋਇਆ, ਤੁਸੀਂ ਜੇ ਤੁਹਾਨੂੰ ਮੌਕਾ ਮਿਲੇ, ਪ੍ਰਮਾਤਮਾ ਕਰੇ ਕਿ ਮੈਂ ਕਹਿੰਦੀ ਹਾਂ ਸਾਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਔਰ ਪੜ੍ਹੇ ਵਿਚਾਰੇ, ਕਿਉਂਕਿ ਪੜ੍ਹਨ ਵਿਚਾਰਨ ਦੇ ਨਾਲ ਹੀ ਜੀਵਨ ਦਾ ਜਿਹੜਾ ਆਧਾਰ ਹੋਣਾ, ਜਿਹੜਾ ਜੀਵਨ ਦੇ ਵਿੱਚ ਬਦਲਾਅ ਹੋਣਾ ਹੈ। ਤੇ ਤੁਹਾਨੂੰ ਜਿਹੜੀ ਸਾਨੂੰ ਦਿੱਤਾ ਹੀ ਉਹ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਪੜ੍ਹਨ ਵਾਸਤੇ, ਵਿਚਾਰਨ ਵਾਸਤੇ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਈਓ, ਜਿਸ ਕਾ ਸਤ ਆਧਾਰ, ਜੇ ਕੋ ਖਾਵੇ ਜੇ ਕੋ ਭੁੱਜੇ ਤਿਸ ਕਾ ਹੋਏ ਉਧਾਰ। ਸੋ ਇਹ ਕਹਿਣ ਭਾਵ ਹੈ ਕਿ ਜਦੋਂ ਤੁਸੀਂ ਪੜ੍ਹਨ ਲੱਗੋਗੇ, ਵਿਚਾਰਨ ਲੱਗੋਗੇ, ਹਨਾ, ਭਾਵੇਂ ਤੁਸੀਂ ਥੋੜੇ ਜਿਹੜੇ ਅੰਗ ਪਰਸੋ ਗੁਰੂ ਸਾਹਿਬ ਦੇ, ਤੇ 1 ਸਾਲ ਦੇ ਵਿੱਚ ਪੂਰੇ ਗੁਰੂ ਦੇ ਦਰਸ਼ਨ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕਰ ਸਕਦੇ ਹੋ। ਆਤਮਿਕ ਤੌਰ ਤੇ ਤੁਸੀਂ ਹੈਰਾਨ ਹੋਵੋਗੇ ਕਿ ਜਿਵੇਂ ਜਿਵੇਂ ਮਨ ਚਿਤ ਲਾ ਕੇ ਪੜ੍ਹਦੇ ਜਾਓਗੇ, ਸਮਝ ਕੇ ਵਿਚਾਰ ਤੁਹਾਡੇ ਸਾਹਮਣੇ ਅਰਥ ਨਿਕਲਦੇ, ਤੁਹਾਡੀ ਆਤਮਾ ਦੀ ਜਿਹੜੀ ਡਿਵੈਲਪਮੈਂਟ ਹੋਣੀ ਆਤਮਿਕ ਤੌਰ ਤੇ, ਤੁਹਾਡੀ ਤੁਸੀਂ ਅੰਦਾਜ਼ੇ ਵੀ ਲਾਏ ਹੋਣੇ ਸਾਰੀ ਜ਼ਿੰਦਗੀ ਦੇ ਵਿੱਚ ਜੋ ਚੇਂਜਸ ਹੋਣਗੀਆਂ, ਜ਼ਿੰਦਗੀ ਦਾ ਜੋ ਰਸ ਬਣਨਾ ਸ਼ੁਰੂ ਹੋਏਗਾ, ਜੋ ਤੁਹਾਨੂੰ ਮਤਲਬ ਮੇਕਿੰਗ ਕਮਾਲ ਦਾ ਕਨਸੈਪਟ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਆ। ਔਰ ਫਿਰ ਸਾਨੂੰ ਸਮਝ ਲੱਗੂਗੀ ਕਿ ਜੇ ਅਸੀਂ ਸ਼ਬਦਾਂ ਦੇ ਵਿੱਚੋਂ, ਵੈਸੇ ਤਾਂ ਜਿਹੜਾ ਸਾਖਸ਼ਾਤ ਗੁਰੂ ਸਾਡੇ ਸਾਹਮਣੇ ਬੈਠੇ, ਜੇ ਅਸੀਂ ਇਹ ਸਮਝ ਮੰਨ ਕੇ ਚੱਲੀਏ ਕਿ ਵੀ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਕਾਗਜ਼ ਨਹੀਂ ਹੈ, ਗੁਰੂ ਸਾਹਿਬ ਪ੍ਰਤੱਖ ਸਾਡੇ ਸਾਹਮਣੇ ਬੈਠੇ, ਤੇ ਹੁਣ ਅਸੀਂ ਇਹਨੂੰ ਨਿੰਮੋ ਝੂਣੇ ਹੋ ਕੇ ਗੁਰੂ ਦੇ ਨਾਲ ਵਾਰਤਾਲਾਪ ਸ਼ੁਰੂ ਕਰਨ ਲੱਗੇ ਹਾਂ। ਜਦੋਂ ਅਸੀਂ ਇਹ ਭਾਵਨਾ ਬਣਾ ਕੇ ਫਿਰ ਗੁਰੂ ਦੇ ਨਾਲ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਨਾ ਪਿਆਰ ਦੇ ਨਾਲ, ਫਿਰ ਤੂੰ ਦੇਖੋ ਜਿਹੜਾ ਬਦਲਾਅ ਆਉਂਦਾ ਉਹ ਤਾਂ ਵੱਖਰੀ ਗੱਲ ਆ। ਫਿਰ ਜੇ ਤੁਸੀਂ ਇੱਕ ਤਿਨਕਾ ਮਾਤਰ ਵੀ ਆਤਮਾ ਦੀ ਜਿਹੜੀ ਆਪਣੀ ਅਵਸਥਾ ਬਦਲ ਕੇ ਆਤਮਾ ਦੀ ਤਰੱਕੀ ਕਰਕੇ ਆਤਮਿਕ ਤੌਰ ਤੇ ਗੁਰੂ ਨਾਨਕ ਸਾਹਿਬ ਨੂੰ ਸਮਝ ਲਓਗੇ ਨਾ, ਤਾਂ ਲੇਕਿਨ ਤਿਨਕਾ ਮਾਤਰ ਗੁਰਬਾਣੀ ਕਹਿੰਦੇ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ, ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਐਡੀ ਮਹਿਮਾ ਤੇ ਐਡਾ ਜਸ ਤੁਹਾਨੂੰ ਪ੍ਰਾਪਤ ਹੁੰਦਾ। ਵੇਖੋ ਇੱਕ ਕਿਣਕੇ ਦੀ ਗੱਲ ਉਹ ਕਰ ਰਹੇ ਆ, ਕਹਿਣ ਦਾ ਭਾਵ ਕਿ ਤੁਸੀਂ ਤਿਨਕਾ ਮਾਤਰ ਗੁਰੂ ਨਾਨਕ ਸਾਹਿਬ ਨੂੰ ਸਮਝਣ ਦਾ ਯਤਨ ਕਰੋ, ਵਿਚਾਰਨ ਦਾ ਯਤਨ ਕਰੋ, ਤੇ ਤੁਹਾਨੂੰ ਫਿਰ ਸਮਝ ਆ ਜਾਏਗੀ ਵੀ ਜ਼ਿੰਦਗੀ ਦਾ ਅਸਲੀ ਮਕਸਦ ਕੀ ਹੈ ਤੇ ਗੁਰੂ ਨਾਨਕ ਸਾਹਿਬ ਕੀ ਸਨ। ਉਹ ਕੋਈ ਸਰੀਰ ਨਹੀਂ ਸੀ, ਉਹ ਤਾਂ ਪਰ ਮੇਰੇ ਐਸੀ ਰੌਸ਼ਨੀ ਸੀ। ਇਹ ਜਿਹੜੀ ਚੀਜ਼ ਹੈ, ਕਈ ਵਾਰੀ ਮੈਂ ਸੋਚਦੀ ਹੁੰਦੀ ਆ ਕਿ ਸਾਡੇ ਜਿਹੜੇ ਕਮਿਊਨਿਸਟ ਭਰਾ ਹੈਗੇ ਜੀ, ਉਹ ਲੈਨਨ, ਸਟਾਲਨ, ਮਾਓ ਜ਼ੇਤੁੰਗ, ਪਤਾ ਨਹੀਂ ਕਿਹੜੇ ਵਿਚਾਰਵਾਨਾਂ ਨੂੰ ਭੋਗਦੇ ਵਿਚਾਰਦੇ ਫਿਰਦੇ ਆ, ਉਹਨਾਂ ਨੂੰ ਲਈ ਫਿਰਦੇ ਆ। ਔਰ ਮੈਨੂੰ ਲੱਗਦਾ ਹੁੰਦਾ ਹੈ ਕਿ ਗੁਰਬਾਣੀ ਜਿਹੜੇ ਗੁਰਮਤਿ ਵਿਚਾਰਧਾਰਾ, ਉਸ ਤੋਂ ਵੱਡੀ ਕ੍ਰਾਂਤੀਕਾਰੀ ਤਾਂ ਕੋਈ ਵਿਚਾਰਧਾਰਾ ਹੋ ਹੀ ਨਹੀਂ ਸਕਦੀ। ਬਿਲਕੁਲ। ਜੇ ਕਿਤੇ ਉਹ ਆਪਣੇ ਘਰ ਦੇ ਜੋਗੀ ਜੋਗੜੇ ਦੀ ਤਰ੍ਹਾਂ ਰੱਖੇ ਹੋਏ ਆ, ਜੇ ਉਹਨਾਂ ਨੂੰ ਫੋਲੋ ਅਪ ਕਰਨ ਤਾਂ ਮੇਰੇ ਹਿਸਾਬ ਨਾਲ ਦੁਨੀਆ ਦੇ ਵਿੱਚ ਬੜੇ ਵੱਡੇ ਪਰਿਵਰਤਨ ਆ ਸਕਦੇ। ਬਿਲਕੁਲ। ਅੱਜ ਹੀ ਤੁਸੀਂ ਦੇਖ ਲਓ ਨਾ,
ਅੱਜ ਅਸੀਂ ਕਹਿੰਦੇ ਆ ਕਿ ਵੀ ਨਹੀਂ ਜੀ ਧਰਮ ਨੂੰ ਵੱਖਰਾ, ਕਿਉਂਕਿ ਹਾਲੇ ਅਸੀਂ ਧਰਮ ਨੂੰ ਸਮਝ ਨਹੀਂ ਸਕੇ, ਇਸ ਸਮਝ ਨਹੀਂ ਕਰਕੇ ਵੀ ਕੁਝ ਕੁ ਸਾਡੇ ਜਿਹੜੇ ਕਮਿਊਨਿਸਟ ਟਾਈਪ ਦੇ ਹੈਗੇ ਨੇ, ਕਮਿਊਨਿਸਟ ਸਾਰੇ ਨਹੀਂ ਅਸੀਂ ਸਾਰੇ ਕਹਿ ਨਹੀਂ ਕਹਿ ਸਕਦੇ। ਸਕਦੇ। ਇੱਕ ਕਮਿਊਨਿਸਟ ਉਹ ਜਿਹੜੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਉਹ ਮੰਨਦੇ, ਮਤਲਬ ਆਪਣੇ ਜੀਵਨ ਦੇ ਵਿੱਚ ਢਾਲਣ ਢਾਲ ਦੀ ਦਿਓ। ਕੋਸ਼ਿਸ਼ ਔਰ ਕਰਦੇ ਗੁਰੂ ਆ। ਨਾਨਕ ਤੋਂ ਵੱਡਾ ਕ੍ਰਾਂਤੀਕਾਰੀ ਨੇ ਕੋਈ ਕੋਈ ਨਹੀਂ। ਹੋ ਹੀ ਨਹੀਂ ਸਕਦਾ। ਨਹੀਂ, ਅਸੀਂ ਇਹਨਾਂ ਸ਼ਬਦਾਂ ਵਿੱਚ ਮੇਰਾ ਖਿਆਲ ਗੁਰੂ ਨਾਨਕ ਸਾਹਿਬ ਨੂੰ ਨਾ ਮੰਨੀਏ, ਉਹ ਤਾਂ ਬਹੁਤ ਉੱਚੀ ਚੀਜ਼ ਸੀ ਜਿਹਨੂੰ ਸਮਝਣਾ ਉੱਚੀ ਸੁੱਚੀ ਸ਼ਖਸੀਅਤ ਬਹੁਤ ਸੀਗੀ। ਵੱਡੀ। ਪਰ ਇੱਕ ਗੱਲ ਇਹ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਜੀ। ਸਕਦਾ ਕਿ ਉਹਨਾਂ ਨੇ ਬਤ- ਇੱਕ ਨਵੀਂ ਕ੍ਰਾਂਤੀ ਲਿਆਂਦੀ, ਜੀ। ਸਮਾਜ ਨੂੰ ਬਦਲ ਕੇ ਰੱਖ ਦਿੱਤਾ। ਡਾਕਟਰ ਸਾਹਿਬ ਗੁਰੂ ਨਾਨਕ ਸਾਹਿਬ ਮੈਨੂੰ ਲੱਗਦਾ ਹੈ ਕਿ ਆਪਣੀ ਜਿਹੜੀ ਵਿਚਾਰਧਾਰਾ ਥੋਪਦੇ ਨਹੀਂ ਸੀ, ਥੋਪਦੇ ਨਹੀਂ ਸੀ, ਉਹ ਆਪਣੀ ਗੱਲ ਅਗਲੇ ਨੂੰ ਪੁੱਛਦੇ ਸੀ ਪੁੱਛਦੇ ਸੀ ਵੀ ਤੁਸੀਂ ਦੱਸੋ ਵੀ ਜੋ ਤੁਸੀਂ ਇਹ ਕਰ ਰਹੇ ਹੋ ਕਰਮ ਕੀ ਸਹੀ ਹੈ? ਕਾਂਡ, ਵੀ ਇਹਨਾਂ ਦਾ ਆਧਾਰ ਕੀ ਹੈ, ਕੀ ਹੈ? ਪੁੱਛਦੇ ਸੀ ਵਿਗਿਆਨਕ ਢੰਗ ਨਾਲ। ਵਿਗਿਆਨਕ ਢੰਗ ਨਾਲ। ਹਮ। ਠੀਕ ਹੈ, ਜੇਕਰ ਉਹ ਐਕਸਪਲੇਨ ਨਹੀਂ ਕਰ ਪਾਉਂਦਾ ਸੀ ਤਾਂ ਹਮ। ਫਿਰ ਉਹ ਪ੍ਰੈਕਟੀਕਲ Practical ਕਰਕੇ ਕਰਦਾ ਦੱਸਦੇ ਸੀ। ਹਮ। ਇਹ ਸੀ ਉਹਨਾਂ ਦਾ ਮਤਲਬ ਜਿਹੜਾ ਇੱਕ ਬਿਲਕੁਲ। ਤਰੀਕਾ ਕਹਿ ਸਕਦੇ ਆ, ਕਿਉਂਕਿ ਉਹ ਖੁਦ ਨਿਰੰਕਾਰ ਦੀ ਜੋਤ ਸੀ ਹਮ। ਤੇ ਉਹਨਾਂ ਦੀ ਬਰਾਬਰੀ ਕੋਈ ਨਹੀਂ ਕੋਈ ਕਰ ਨਹੀਂ ਕਰ ਸਕਦਾ ਜੋ ਕਨਸੈਪਟ ਸਾਨੂੰ ਦੇ ਸਕਦੇ ਆ। ਤੇ ਔਰ ਸਾਡੀ ਦੇਖੋ ਬਦਕਿਸਮਤੀ ਹੈ, ਜੀ ਸਿੱਖ ਧਰਮ, ਸਿੱਖ ਕੌਮ ਦੀ ਕਹਿ ਲਈਏ। ਜੀ ਅੱਜ ਆਪਾਂ ਨੂੰ ਕਿੰਨੇ WhatsApp ਤੇ ਤੁਹਾਨੂੰ ਮੈਸੇਜ ਆਏ, ਜੀ ਕਿੰਨੇ ਮੈਨੂੰ ਆਏ, ਜੀ ਜੀ ਬਾਕੀ ਲੋਕਾਂ ਨੂੰ ਵੀ ਬੜੇ ਆਏ ਜੀ ਜੀ ਔਰ ਜਿਸ ਬੁੱਧ ਪ੍ਰਸਤੀ ਦੀ ਉਹਨਾਂ ਨੇ ਵਿਰੋਧਤਾ ਕੀਤੀ ਸੀ, ਜੀ ਜੀ ਉਹੀ ਗੁਰੂ ਸਾਹਿਬ ਦੀਆਂ ਮੂਰਤੀਆਂ, ਫੋਟੋ ਸਜਾ ਸਜਾ ਕੇ ਪਾ ਕੇ ਹਰੇਕ ਮੈਸੇਜ ਦੇ ਵਿੱਚ ਉਹਨਾਂ ਦੀ ਮੂਰਤੀ ਦੇ ਆਧਾਰ ਤੇ ਉਹਨਾਂ ਨੇ ਵਧਾਈਆਂ ਦਿੱਤੀਆਂ। ਡਾਕਟਰ ਸਾਹਿਬ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪੜ੍ਹੇ ਲਿਖਿਆ ਨੇ ਜ਼ਿਆਦਾ ਕੰਮ ਕੀਤਾ। ਬਿਲਕੁਲ, ਕਿਉਂਕਿ ਜੇ ਪੜ੍ਹੇ ਲਿਖਿਆ ਨੇ ਕੀਤਾ ਹੈ ਤਾਂ ਪੜ੍ਹੇ ਲਿਖਿਆ ਨੇ ਹੀ ਉਹਨੂੰ ਵਧਾਇਆ। ਜੀ ਜੀ ਇਹਦਾ ਮਤਲਬ ਵੀ ਡਾਕਟਰ ਸਾਹਿਬ ਤੁਸੀਂ ਕੀ ਸਮਝਦੇ? ਇਹਦਾ ਮਤਲਬ ਵੀ ਅਸੀਂ ਲੋਕਾਂ ਨੇ ਉਹਨਾਂ ਨੂੰ ਇੱਕ ਸਰੀਰ ਹੀ ਸਮਝਿਆ ਨਾ? ਸਰੀਰ ਸਮਝਿਆ, ਸਰੀਰ ਸਰੀਰ ਸਮਝੇ ਵੀ ਕਿਉਂਕਿ ਤੁਸੀਂ ਉਹਨਾਂ ਦੀ ਜਿਹੜੀ ਆਤਮਾ ਤਾਂ ਉਹਨਾਂ ਦੀ ਮਤਲਬ ਗੁਰਬਾਣੀ ਦੇ ਵਿੱਚ ਵਸਦੀ ਹੈ। ਜੀ ਜੀ ਜੇ ਅਸੀਂ ਉਹੀ ਉਹਨਾਂ ਦੀ ਗੁਰਬਾਣੀ ਦੀਆਂ ਤੁਕਾਂ ਲਿਖ ਕੇ ਉਹਨਾਂ ਦੀ ਵਿਚਾਰਧਾਰਾ ਅੱਗੇ ਰੱਖਦੇ ਹੋਏ ਫਿਰ ਅਸੀਂ ਵਧਾਈਆਂ ਦਿੰਦੇ ਤਾਂ ਮੇਰੇ ਹਿਸਾਬ ਨਾਲ ਅਸੀਂ ਸਹੀ ਅਰਥਾਂ 'ਚ ਉਹਨਾਂ ਨੂੰ ਫੋਲੋ ਕਰ ਰਹੇ ਹੁੰਦੇ। ਸ਼ਬਦੇ ਹੀ ਤੇ ਉਤਪਤ ਹੋਈ ਬਿਲਕੁਲ। ਸ਼ਬਦ ਸਰੂਪ ਸਾਨੂੰ ਸ਼ਬਦ ਸਰੂਪ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ। ਗੁਰੂ ਨਾਨਕ ਤੋਂ ਲੈ ਕੇ ਜਿੰਨੇ ਗੁਰੂ ਭਗਤ ਹੋਏ ਆ, ਜਿੰਨੇ ਗੁਰੂਆਂ ਦੀ ਬਾਣੀ, ਜਿੰਨੇ ਭਗਤਾਂ ਦੀ ਬਾਣੀ, ਸਾਰਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਨੂੰ ਹੀ ਮਹਾਨਤਾ ਦਿੱਤੀ ਹੈ। ਠੀਕ ਹੈ, ਔਰ ਕਿਤੇ ਵੀ ਬੁੱਤ ਪ੍ਰਸਤੀ ਦੀ ਗੱਲ ਨਹੀਂ ਕੀਤੀ। ਅਸੀਂ ਫੇਰ ਉਹੀ ਆਪਣੇ ਘਰਾਂ ਦੇ ਵਿੱਚ ਵੀ ਗੁਰੂਆਂ ਦੀਆਂ ਫੋਟੋ ਸਜਾਈਆਂ ਹੋਈਆਂ, ਆਪਣੇ ਦਫ਼ਤਰਾਂ 'ਚ ਵੀ ਲੈ ਲਓ, ਆਪਣੀਆਂ ਕਾਰਾਂ, ਆਪਣੇ ਵਹੀਕਲਾਂ ਦੇ ਵਿੱਚ ਵੀ ਗੁਰੂਆਂ ਦੀਆਂ ਫੋਟੋ ਲਾਈ ਫਿਰਦੇ ਆ। ਜਿੱਥੇ ਕਿਤੇ ਦੇਖ ਲਓ, ਇੱਥੋਂ ਤੱਕ ਕਿ ਅਸੀਂ WhatsApp DP ਵੀ ਲਾਉਂਦੇ ਹਾਂ ਤਾਂ ਕਈਆਂ ਨੇ ਗੁਰੂ ਦੀਆਂ ਫੋਟੋ ਲਾਈਆਂ ਹੁੰਦੀਆਂ। ਕਹਿੰਦੇ ਭਾਵ ਕਿ ਕਿੰਨਾ ਕੁ ਸਹੀ ਹੈ। ਸਾਨੂੰ ਉਹਨਾਂ ਦੀ ਵਿਚਾਰਧਾਰਾ ਅਪਣਾਉਣੀ ਚਾਹੀਦੀ। ਸਾਨੂੰ ਨਾ ਉਹਨਾਂ ਦੀ ਮੂਰਤੀ ਪੂਜਾ ਨਾਲੋਂ ਉਹਨਾਂ ਦੀ ਵਿਚਾਰਧਾਰਾ ਅਪਣਾਉਣੀ ਚਾਹੀਦੀ। ਔਰ ਇਹ ਵੀ ਇੱਕ ਮੰਨਿਆ ਹੋਇਆ ਤੱਥ ਹੁਣ ਤੱਕ ਸਾਹਮਣੇ ਆ ਚੁੱਕਿਆ ਹੈ ਕਿ ਸੋਭਾ ਸਿੰਘ ਦੀਆਂ ਬਣਾਈਆਂ ਹੋਈਆਂ ਇਹ ਮੂਰਤੀਆਂ ਜਿਹੜੀਆਂ ਨੇ ਉਹਨਾਂ ਨੂੰ ਸਿੱਖ ਧਰਮ ਵਿੱਚ ਪ੍ਰਚਲਿਤ ਕੀਤਾ ਗਿਆ। ਭਾਵੇਂ ਵੱਖਰਾ ਵਿਸ਼ਾ ਹੈ, ਲੇਕਿਨ ਇਹ ਅੱਜ ਦੇ ਦਿਨ ਇਹਦੇ ਤੇ ਵਿਚਾਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਡਾ ਜਿਹੜਾ ਗੁਰੂ ਫਲਸਫਾ ਹੈ ਉਹ ਇਹਨਾਂ ਫੋਟੋਆਂ ਦੇ, ਇਹਨਾਂ ਮੂਰਤੀਆਂ ਦੇ ਵਿਰੁੱਧ ਹੈ। ਖਾਸ ਹੀ ਨਹੀਂ ਹੈ ਨਾ ਸਾਨੂੰ ਤਾਂ ਸ਼ਬਦ ਗੁਰੂ ਦੇ ਲੜ ਲਾ ਕੇ ਗਏ ਆ ਗੁਰੂ, ਨਾ ਕਿ ਆਪਣੀਆਂ ਮੂਰਤੀਆਂ ਦੇ ਲੜ ਲਾ ਕੇ ਗਏ। ਅਸੀਂ ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਇਹਨਾਂ ਫੋਟੋਆਂ ਨੂੰ ਪਰੇ ਕਰਕੇ ਗੁਰੂ ਦੇ ਸ਼ਬਦ ਦੇ ਲੜ ਲਈਏ। ਦਰਸ਼ਕੋ, ਡਾਕਟਰ ਸਾਹਿਬ ਨੇ ਬਿਲਕੁਲ ਸਹੀ ਕਿਹਾ। ਆਪਾਂ ਹੋਰ ਵੀ ਬੜਾ ਕੁਛ ਇਹਨਾਂ ਤੋਂ ਜਾਣਨਾ ਹੈ, ਸਮਾਂ ਥੋੜਾ ਹੁੰਦਾ ਹੈ ਕਿ ਜਦੋਂ ਸਿੱਧ ਗੋਸ਼ਟੀ ਦੇ ਵਿੱਚ ਉਹ ਸਿੱਧ ਜਿਹੜੇ ਹੈਗੇ ਆ, ਮੇਰੇ ਖਿਆਲ ਮੁਸ਼ੰਦਰਨਾਥ, ਭਗੰਦਰਨਾਥ ਸੀ ਇੱਕ ਉਹਨਾਂ ਦੇ, ਭਗੀਰਥ ਸੀ ਸ਼ਾਇਦ, ਜਦੋਂ ਉਹ ਜੋਗੀ ਸਿੱਧ ਉਹਨਾਂ ਨੂੰ ਸਵਾਲ ਕਰਦੇ ਗੁਰੂ ਸਾਹਿਬ ਨੂੰ ਕਿ ਇਹ ਬਾਲਕੇ ਤੇਰਾ ਗੁਰੂ ਕੌਣ ਹੈ, ਤੇ ਗੁਰੂ ਸਾਹਿਬ ਪਤਾ ਜਵਾਬ ਕੀ ਦਿੰਦੇ ਆ? ਉਹ ਕਹਿੰਦੇ ਸੁਰਤ ਸ਼ਬਦ ਨਹੀਂ, ਸੁਰਤ ਗੁਰੂ ਸੁਰਤ ਨਹੀਂ, ਸ਼ਬਦ ਸੌਰੀ ਸ਼ਬਦ ਗੁਰੂ ਸੁਰਤ ਤੁਮ ਚੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਸੋ ਕਹਿਣ ਦਾ ਭਾਵ ਕਿ ਇੱਥੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਨੇ ਸਾਡੇ ਗੁਰੂ ਸ਼ਬਦ ਨੂੰ ਸਥਾਪਿਤ ਕੀਤਾ। ਬਿਲਕੁਲ। ਫਿਰ ਗੁਰੂ ਬੰਨਣ 'ਚ ਇਹ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸੱਚਖੰਡ ਵਾਪਸ ਜਾਂਦੇ ਆ ਤਾਂ ਉਦੋਂ ਵੀ ਸ਼ਬਦ ਦੇ ਲੜ ਲਾ ਕੇ ਜਾਂਦੇ। ਗੁਰੂ ਗ੍ਰੰਥ ਸਾਹਿਬ ਦੇ ਮਾਰੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅੱਛਾ, ਇੱਕ ਗੱਲ ਹੋਰ ਪਰਮਵੀਰ, ਇਸ ਸੰਦਰਭ ਦੇ ਵਿੱਚ ਭਾਵੇਂ ਗੁਰੂ ਨਾਨਕ ਦੇਵ ਜੀ ਸੀ ਤੇ ਭਾਵੇਂ ਆਪਣੇ ਹੋਰ ਗੁਰੂ ਸੀ, ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਕੀ ਭਗਤ ਹੋਏ ਜਿੰਨੇ ਵੀ ਬਾਣੀ ਆਪਾਂ ਨੂੰ ਮਿਲਦੀ ਹੈ ਜੀ, ਉਹਦੇ ਵਿੱਚ ਸਾਰੇ ਹੀ ਗੁਰਬਾਣੀ ਦੇ ਵਿੱਚ ਇੱਕ ਗੱਲ ਸਾਨੂੰ ਸਾਫ਼ ਦਿਸਦੀ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਔਰਤ ਰੂਪ ਵਿੱਚ ਪੇਸ਼ ਕੀਤਾ ਜੀ। ਉਹ ਆਪਾਂ ਹਰ ਪਲੇਟਫਾਰਮ ਤੇ ਅਸੀਂ ਇਹ ਗੱਲ ਕਹਿੰਦੇ ਆ ਕਿ ਅੱਜ ਦੇ ਜਿਹੜੇ ਸਾਡੇ ਸਿੱਖ ਪ੍ਰਚਾਰਕ ਹੈਗੇ ਆ, ਉਹਨਾਂ ਨੇ ਉਲਟਾ ਇਸ ਨੂੰ
ਇਹ ਲੈ ਲਿਆ ਕਿ ਜਿਹੜਾ ਮਨੁੱਖ ਹੈ, ਮਰਦ ਹੈ, ਉਹ ਪਰਮੇਸ਼ਰ ਹੈ ਤੇ ਜਿਹੜੀ ਔਰਤ ਹੈ ਉਹ ਦਾਸੀ ਹੈ, ਪਤਨੀ ਹੈ। ਜਦੋਂ ਕਿ ਮਨੁੱਖਤਾ ਦੇ ਜਿੰਨੇ ਵੀ ਮਤਲਬ ਜੀਵ ਹੈਗੇ ਆ, ਮਰਦ ਹੈ ਚਾਹੇ ਔਰਤ ਹੈ, ਸਾਰੀਆਂ ਹੀ ਜੀਵ ਆਤਮਾਵਾਂ ਉਸ ਪਰਮਾਤਮਾ ਰੂਪੀ ਪਤੀ ਦੀਆਂ ਪਤਨੀਆਂ ਨੇ। ਤੇ ਇਹਦੇ ਵਿੱਚ ਮੈਂ ਸਮਝਦੀ ਹਾਂ ਕਿ ਗੁਰੂ ਸਾਹਿਬਾਨ ਨੇ ਤਾਂ, ਗੁਰਮਤਿ ਵਿਚਾਰਧਾਰਾ ਨੇ ਤਾਂ ਔਰਤ ਨੂੰ ਇੱਕ ਬਹੁਤ ਵੱਡਾ ਮਰਤਬਾ ਬਖਸ਼ਿਆ। ਤੇ ਅਸੀਂ ਦੁਨਿਆਵੀ ਲੋਕਾਂ ਨੇ ਜਿਹੜੀ ਦੁਨੀਆ ਦੀ ਔਰਤ ਹੈ ਉਸੇ ਨੂੰ ਥੱਲੇ ਲਾ ਕੇ ਰੱਖਿਆ ਹੋਇਆ ਕਿ ਜਿਹੜੀ ਔਰਤ ਹੈ ਉਹ ਥੱਲੇ ਰਹਿਣੀ ਚਾਹੀਦੀ, ਜਿਹੜਾ ਮਰਦ ਹੈ ਉੱਪਰ ਹੋਣਾ ਚਾਹੀਦਾ। ਤਾਂ ਇਸੇ ਕਰਕੇ ਸਾਡੇ ਗੁਰਬਾਣੀ ਦੇ ਆਧਾਰ ਤੇ ਅੱਜ ਤੱਕ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅੱਜ ਹੁਣ SGPC ਨੂੰ ਬਣਿਆ ਵੀ 100 ਸਾਲ ਹੋ ਗਿਆ, ਪਰ ਸਾਡੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਨੂੰ ਅਜੇ ਤੱਕ ਕੀਰਤਨ ਕਰਨ ਦੀ ਜਿਹੜੀ ਹੈ ਉਹ ਆਗਿਆ ਨਹੀਂ ਮਿਲ ਸਕੀ। ਪਿੱਛੇ ਜੇ ਇੱਕ ਚੈਨਲ ਤੇ ਤੁਹਾਡੀ ਇੰਟਰਵਿਊ ਲਈ ਸੀ ਤੇ ਉਹਨਾਂ ਨੇ ਤੁਹਾਡੇ ਸਾਹਮਣੇ ਇੱਕ ਕੁਐਸਚਨ ਰੱਖਿਆ ਸੀ ਕਿ ਵੀ ਉਹ ਕਹਿ ਰਹੇ ਆ ਕਿ ਵੀ ਇਹਨਾਂ ਨੂੰ ਜਿਹੜਾ ਇਹਨਾਂ ਦੀ ਮਹੀਨਾਵਾਰ ਪੀਰੀਅਡ ਚੱਲਦਾ, ਉਹਦੇ ਚੱਲਦਿਆਂ ਇਹ ਜਿਹੜਾ ਨਹੀਂ ਹੈ ਪਵਿੱਤਰ ਬਣਿਆ। ਉਹ ਇੱਕ ਕੁਦਰਤੀ ਪ੍ਰਕਿਰਿਆ ਹੈ, ਉਤਪਤੀ ਦਾ ਸਾਧਨ ਹੈ। ਤੇ ਮੇਰਾ ਫਿਰ ਉੱਥੇ ਤਰਕ ਇਹ ਸੀਗਾ ਕਿ ਇਸ ਤਰੀਕੇ ਨਾਲ ਤਾਂ ਹਰ ਇੱਕ ਜਿਹੜਾ ਜੀਵ ਹੈ ਜੋ ਕੁਝ ਖਾਂਦਾ ਹੈ ਉਸ ਦਾ ਫੋਕਟ ਉਹ ਕੱਢਦਾ ਵੀ ਹੈ, ਯੂਰਨ ਦੇ ਰੂਪ ਵਿੱਚ ਨਿਕਲਦਾ, ਸਟੂਲ ਦੇ ਰੂਪ ਦੇ ਵਿੱਚ ਵੀ ਨਿਕਲਦਾ, ਉਹ ਵੀ ਤਾਂ ਮਲ ਹੈ। ਜੇ ਔਰਤ ਨੂੰ ਉਹਨਾਂ ਦਿਨਾਂ 'ਚ ਅਪਵਿੱਤਰ ਮੰਨਿਆ ਜਾਂਦਾ ਹੈ ਤੇ ਇਹ ਮਰਦ ਸਾਰੇ ਜਿਹੜੇ ਹੈ ਉਹ ਵੀ ਤਾਂ ਹਰ ਰੋਜ਼ ਮਲ ਮੂਤਰ ਤਿਆਰ ਕਰਦੇ। ਇੱਕ ਚੀਜ਼ ਹੋਰ ਹੈ ਨਾ ਕਿ ਦੇਖੋ ਵੀ ਗੁਰੂ ਨਾਨਕ ਸਾਹਿਬ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਵੀ ਜਨੇਊ ਮੇਰੀ ਭੈਣ ਨੂੰ ਪਾਓਗੇ ਤੇ ਮੈਂ ਪਾਵਾਂਗਾ। ਮੇਰੇ ਖਿਆਲ ਕਿਤੇ ਨਾ ਕਿਤੇ ਉਸ ਵੇਲੇ ਵੀ ਵਿਪਰਵਾਦ ਦੇ ਮਨ 'ਚ ਇਹੀ ਸੀਗੀ ਕਿ ਵੀ ਔਰਤ ਅਪਵਿੱਤਰ ਆ, ਇਹਨੂੰ ਜਿਹੜਾ ਇਹਦਾ ਪੀਰੀਅਡ ਚੱਕਰ ਚੱਲਦਾ ਉਹਦੇ ਕਰਕੇ ਅਪਵਿੱਤਰ, ਇਸੇ ਕਰਕੇ ਨਹੀਂ। ਜੇ ਉਹ ਇੱਕ ਧਰਮ ਨੂੰ ਠੁਕਰਾ ਦਿੰਦੇ ਨੇ ਕਿ ਵੀ ਇਹ ਮੇਰੀ ਭੈਣ ਨੂੰ, ਔਰਤ ਨੂੰ ਬਰਾਬਰੀ ਨਹੀਂ ਦਿੰਦਾ ਹੈਗਾ, ਐਂਟਰੀ ਨਹੀਂ ਕਰਨ ਦਿੰਦਾ, ਤੇ ਫਿਰ ਕੀ ਅਸੀਂ ਇਹ ਜਿਹੜੀ SGPC ਆ ਗੁਰੂ ਦੀ ਕਿਤੇ ਨਾਰਾਜ਼ਗੀ ਤਾਂ ਨਹੀਂ ਲੈ ਰਹੀ ਔਰਤ ਨੂੰ ਇਸ ਤਰੀਕੇ ਦੇ ਨਾਲ ਅੱਖੋਂ ਪਰੋਖੇ ਕਰਕੇ? ਪਰ ਉਹ ਸੋਚ ਹੀ ਨਹੀਂ ਰਹੇ ਨਾ ਇਸ ਮਾਮਲੇ ਤੇ ਜੀ, ਉਹਨਾਂ ਦੀ ਵਿਚਾਰਧਾਰਾ ਹੀ ਇਸ ਮਾਮਲੇ ਤੇ। ਉਹਦੇ ਸਿਰਫ ਇੱਕ ਪਰੰਪਰਾ ਕਹਿਤੀ ਕਿ ਹਾਂਜੀ ਇਹ ਪਰੰਪਰਾ ਤਾਂ ਚੱਲਿਆ ਆ ਰਿਹਾ, ਪਰ ਪਰੰਪਰਾ ਦੇ ਵਿੱਚ ਤਾਂ ਇਹ ਵੀ ਹੈ ਕਿ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜਦੋਂ ਸਾਹਮਣੇ ਆਏ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੋਈ ਇਸ ਤਰ੍ਹਾਂ ਰੁਮਾਲੇ ਲੈ ਕੇ ਕੱਜਿਆ ਜਾਂਦਾ ਸੀ, ਗਰਮੀਆਂ 'ਚ ਗਰਮੀਆਂ ਵਾਲੇ ਤੇ ਸਰਦੀਆਂ 'ਚ ਸਰਦੀਆਂ ਵਾਲੇ ਹੁੰਦਾ ਸੀ। ਕਦੀ ਉਸ ਵੇਲੇ ਲਾਈਟਾਂ ਜਿਹੜੀਆਂ ਸੀ ਹੁਣ ਇੱਥੇ ਇਹਨਾਂ ਨੇ ਲਾਈਆਂ ਹੋਈਆਂ ਨੇ, ਉਹ ਲਾਈਟਾਂ ਲੱਗਦੀਆਂ ਸੀ। ਖੈਰ ਡਾਕਟਰ ਸਾਹਿਬ ਇਹ ਵੀ ਕਹਿ ਸਕਦੇ ਹਾਂ ਨਾ ਕਿ ਪਰੰਪਰਾ ਦਾ ਜਿਹੜਾ ਸਿਰਫ ਇੱਕ ਉਹ ਤਾਂ ਇੱਕ ਬਹਾਨਾ ਬਣਾਇਆ ਵੀ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਇਹਨਾਂ ਨੇ ਵੀ ਜਿਹੜੀ ਚੀਜ਼ ਇਹਨਾਂ ਦੇ ਫਿੱਟ ਬੈਠਦੀ ਇਹ ਉਹਨੂੰ ਸਾਹਮਣੇ ਰੱਖਦੇ, ਉਸੇ ਨੂੰ ਪ੍ਰਚਾਰਨਾ, ਉਸੇ ਨੂੰ ਲਾਗੂ ਕਰਨਾ। ਹੁਣ ਜੇ ਵੇਖਿਆ ਜਾਵੇ ਤਾਂ ਡਾਕਟਰ ਸਾਹਿਬ ਇਹਨੂੰ ਤੁਸੀਂ ਕਿਵੇਂ ਦੇਖਦੇ ਵੀ ਕੱਲ ਹੀ ਇੱਕ ਬੀਬੀ ਨੂੰ ਜਿਹੜਾ ਹੈ ਉੱਥੋਂ ਦੀ ਪ੍ਰਧਾਨ ਬਣਾਇਆ ਜਾਂਦਾ, ਸਾਰੀ ਦੁਨੀਆ ਜਾਣਦੀ ਹੈ ਕਿ ਉਸ ਦਾ ਕੀ ਕਰੈਕਟਰ ਹੈ। ਹਾਂ, ਉਹ ਅਪਵਿੱਤਰ ਹੈ ਤੇ ਉਸ ਅਪਵਿੱਤਰ ਨੂੰ ਨਹੀਂ ਅਪਵਿੱਤਰ ਮੰਨਦੇ, ਜਿਹੜੀ ਕਿ ਮੂਲ ਰੂਪ ਦੇ ਵਿੱਚ ਹੀ ਸਾਰੀ ਦੁਨੀਆ ਦੇ ਸਾਹਮਣੇ ਇਹ ਜੱਗ ਜ਼ਾਹਰ ਹੈ ਕਿ ਉਹਨੇ ਕਿੰਨੀ ਅਪਵਿੱਤਰਤਾ ਵਾਲੇ ਕੰਮ ਕੀਤੇ, ਜਿਹਨੂੰ ਸੰਗਤ ਮੰਨ ਹੀ ਨਹੀਂ ਰਹੀ, ਉਹ ਪਵਿੱਤਰ ਮੰਨ ਰਹੇ ਨੇ। ਉਸ ਸੰਸਥਾ ਦੀ ਜਿਹੜੀ ਕਿ ਸਿੱਖ ਧਰਮ ਦੀ ਸਿਰਮੌਰ ਸੰਸਥਾ ਹੈ, ਉਹਦੇ ਵਿੱਚ ਉਹਨੂੰ ਸਿਰ ਤੇ ਬਿਠਾਇਆ ਗਿਆ। ਆਪਾਂ ਮੋੜ ਕੇ ਫਿਰ ਗੁਰੂ ਨਾਨਕ ਸਾਹਿਬ ਵੱਲੋਂ ਨੇ ਸਬਜੈਕਟ ਵਾਈਜ਼ ਚੱਲੇ। ਉਹਨਾਂ ਨੇ ਪਹਿਲਾਂ ਧਰਮ ਨੂੰ, ਜਿਹੜਾ ਧਰਮ ਦੇ ਸਬਜੈਕਟ ਨੂੰ, ਚੈਪਟਰ ਨੂੰ ਲਿਆ, ਉਹਨੂੰ ਕੰਪਲੀਟ ਕੀਤਾ, ਬਿਲਕੁਲ ਭਰਮ ਭੁਲੇਖੇ ਦੂਰ ਕਰ ਦਿੱਤੇ। ਫਿਰ ਉਹਨਾਂ ਨੇ ਵਪਾਰ ਨੂੰ ਲਿਆ, ਪਹਿਲਾ ਵਸਤ ਸਿਆਣ ਕੇ ਤਉ ਕੀਚੇ ਵਪਾਰ, ਸੋ ਵਪਾਰ ਕਿਸ ਤਰ੍ਹਾਂ ਕਰਨਾ ਖੁਦ ਕਰਕੇ ਦੱਸਿਆ। ਜੇ ਉਹ ਧਰਮ ਤੇ ਚੋਟ ਕੱਸਦੇ ਨੇ, ਖੁਦ ਕਰਕੇ ਦੱਸਿਆ, ਪ੍ਰੈਕਟੀਕਲ ਉਹਦੇ ਵਿੱਚ ਆਪ ਹਿੱਸਾ ਬਣੇ, ਜਨੇਊ ਦਾ ਵਿਰੋਧ ਕੀਤਾ, ਪਖੰਡਵਾਦ। ਜੇ ਕਿਰਤ ਦਾ ਉਹਨਾਂ ਨੇ ਸਬਜੈਕਟ ਜੇ ਕਿਰਤ ਦਾ ਲਿਆ, ਵਪਾਰ ਦਾ ਲਿਆ, ਤਾਂ ਖੁਦ ਆਪ ਵਪਾਰ ਵੀ ਕਰਕੇ ਦੱਸਿਆ ਕਿਸ ਤਰ੍ਹਾਂ ਕਰਨਾ ਸੁਲਤਾਨਪੁਰ ਦੇ ਵਿੱਚ। ਫਿਰ ਉਹਨਾਂ ਨੇ ਕਿਰਤ ਦਾ ਸੰਕਲਪ ਲਿਆ ਤਾਂ ਫਿਰ ਹੱਥੀਂ ਖੇਤੀ ਕੀਤੀ। ਜੇ ਉਹਨਾਂ ਨੇ ਵਿਚਾਰਾਂ ਦਾ ਸੰਕਲਪ ਲਿਆ ਤਾਂ ਫਿਰ ਤੁਸੀਂ ਦੇਖ ਲਓ, ਡਰੇ ਨਹੀਂ, ਉਹ ਜਿਹੜਾ ਆਪਣਾ ਸੁਮੇਰ ਪਰਬਤ ਦੇ ਉੱਪਰ ਜਾ ਕੇ ਸਿੱਧਾਂ ਨਾਲ ਗੋਸ਼ਟੀਆਂ ਕੀਤੀਆਂ ਬਾਲ ਉਮਰ ਦੇ ਵਿੱਚ, ਉਹਨਾਂ ਨੂੰ ਮਨਵਾ ਕੇ ਛੱਡਿਆ। ਜੇ ਉਹਨਾਂ ਨੇ ਪਖੰਡਵਾਦ ਦਾ ਜਿਹੜਾ ਸਬਜੈਕਟ ਲਿਆ ਕਿ ਇਹਨੂੰ ਕਿਸ ਤਰੀਕੇ ਨਾਲ ਖਤਮ ਕਰਨਾ, ਤਾਂ ਦੇਖੋ ਸੂਰਜ ਵੱਲ ਪਿੱਠ ਕਰਕੇ ਪਾਣੀ ਜਿਹੜਾ ਖੇਤਾਂ ਵੱਲ ਪਾਉਣਾ ਸ਼ੁਰੂ ਕਰ ਦਿੱਤਾ, ਪ੍ਰੈਕਟੀਕਲ ਕੀਤਾ। ਜਿੰਨਾ ਵੀ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਅੱਗੇ ਵਿਚਾਰਦੇ ਜਾਓਗੇ, ਹਰ ਜਗ੍ਹਾ ਉਹਨਾਂ ਦਾ ਪ੍ਰੈਕਟੀਕਲ ਆ, ਉਹਨਾਂ ਦੀ ਥਿਉਰੀ ਨਹੀਂ ਹੈ ਕਿ ਵੀ ਉਹਨਾਂ ਨੇ ਦੂਜਿਆਂ ਨੂੰ ਉਪਦੇਸ਼ ਕਰਤਾ। ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਆ, ਜਦੋਂ ਵੀ ਆਪਾਂ ਨੂੰ ਕੋਈ ਗੱਲ ਕਰਦਾ ਕਿ ਤੁਸੀਂ ਸਿੱਖ ਧਰਮ ਦੀ ਇੱਕ ਵਾਕ ਦੇ ਵਿੱਚ ਵਿਆਖਿਆ ਕਰੋ, ਤਾਂ ਆਪਣਾ ਸਾਰਿਆਂ ਨੂੰ ਇਹੀ ਜਵਾਬ ਹੁੰਦਾ ਕਿ ਸਿੱਖ ਧਰਮ ਜਿਹੜਾ ਉਹ ਪ੍ਰੈਕਟੀਕਲ ਹੈ,
ਥਿਊਰੀ ਨਹੀਂ। ਥਿਊਰੀ ਨਹੀਂ, ਬਸ ਇੰਨੇ 'ਚ ਹੀ ਅਸੀਂ ਸਿੱਖ ਧਰਮ ਦੀ ਇੱਕ ਡੈਫੀਨੇਸ਼ਨ ਦੇ ਸਕਦੇ ਹਾਂ। ਜਿਸ ਤਰੀਕੇ ਨਾਲ ਡਾਕਟਰ ਸਾਹਿਬ ਅੱਜ ਦਾ ਜਿਹੜਾ ਕਿਸਾਨ ਬੈਠਾ, ਕਿਰਤੀ ਕਿਰਤ ਕਰਨ ਵਾਲਾ ਜਿਹੜਾ ਬੈਠਾ, ਉਹਨੇ ਸਹੀ ਅਰਥਾਂ ਦੇ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਸਮਝ ਲਿਆ। ਮੈਂ ਇਹ ਕਹਿ ਰਹੀ ਸੀ ਕਿ ਕਿਰਤੀ ਬੈਠਾ, ਅੱਜ ਦਾ ਕਿਰਤੀ ਗੁਰੂ ਨਾਨਕ ਨੇ ਜਿਹੜਾ ਉਹਨੂੰ ਸਿਧਾਂਤ ਦਿੱਤਾ, ਤੁਸੀਂ ਇਸ ਕਨਸੈਪਟ ਨੂੰ ਸਾਰੇ ਨੂੰ ਇਹਦੇ ਨਾਲ ਜੋੜ ਕੇ ਐਕਸਪਲੇਨ ਕਰੋ ਸਕਦੇ। ਗੁਰੂ ਨਾਨਕ ਦੀ ਕਿਰਤ ਦੀ ਜਿਹੜੀ ਵਿਚਾਰਧਾਰਾ ਹੈ ਉਹ ਅੱਜ ਦੇ ਕਿਸਾਨ ਨੇ ਬਿਲਕੁਲ ਸਾਬਤ ਸੂਰਤ ਸਾਡੇ ਸਾਹਮਣੇ ਪੇਸ਼ ਕਰਕੇ ਰੱਖ ਦਿੱਤੀ। ਜੀ, ਉਹ ਸਾਰੀ ਆਪਣੀ ਜ਼ਿੰਦਗੀ ਜਿਹੜੀ ਆ ਮਿੱਟੀ 'ਚ ਮਿੱਟੀ ਹੋ ਕੇ ਜਿਉਂਦਾ, ਦੁਨੀਆ ਦਾ ਢਿੱਡ ਭਰਦਾ, ਕਿਸੇ ਨਾਲ ਉਹਦਾ ਕੋਈ ਲਾਗਾ ਤਿੱਗਾ ਨਹੀਂ। ਜਿਵੇਂ ਉਹਨੂੰ ਇੱਕ ਡੰਗ ਦੀ ਜੇ ਰੋਟੀ ਮਿਲਦੀ ਇੱਕ ਡੰਗ ਦੀ ਖਾਂਦਾ ਹੈ, ਜੇ ਉਹ ਇੱਕ ਡੰਗ ਅਚਾਰ ਨਾਲ ਵੀ ਖਾਣੀ ਪਵੇ ਉਹ ਅਚਾਰ ਨਾਲ ਵੀ ਖਾਂਦਾ, ਠੀਕ ਹੈ। ਇਸ ਤਰ੍ਹਾਂ ਉਹ ਆਪਣਾ ਜ਼ਿੰਦਗੀ ਬਸਰ ਕਰਦਾ, ਪਹਿਲਾਂ ਕਿਸੇ ਤੇ ਵਾਰ ਨਹੀਂ ਕਰਦਾ। ਲੇਕਿਨ ਜਦੋਂ ਉਹਦੇ ਤੇ ਆ ਬਣਦੀ ਹੈ, ਹੁਣ ਜਿਵੇਂ ਉਹਦੀ ਹੋਂਦ ਤੇ ਹੀ ਆ ਬਣੀ, ਤਾਂ ਉਹਨੂੰ ਆਪਣੇ ਆਪ ਨੂੰ ਅੱਗੇ ਲਿਆਉਣਾ ਪਿਆ। ਅੱਗੇ ਲਿਆ ਕੇ ਉਹਨੇ ਦੁਨੀਆ ਨੂੰ ਦੱਸ ਦਿੱਤਾ ਕਿ ਜਿਹੜਾ ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਦੇ ਦੱਸੇ ਮਾਰਗ ਤੇ ਹੁਣ ਕਿਵੇਂ ਸ਼ਾਂਤੀ ਨਾਲ ਉਹਨੇ ਜਾ ਕੇ ਹਰਿਆਣੇ ਦੇ ਵਿੱਚ ਕਿੰਨਾ ਉਹਨੂੰ ਲੋਕਾਂ ਨੂੰ ਔਖਾ ਕਰਨਾ ਕੀਤਾ ਸਰਕਾਰ ਨੇ। ਉਹਨਾਂ ਨੇ ਆਪਣੇ ਬਲਬੂਤੇ ਤੇ ਉਹ ਸਾਰੀਆਂ ਜਿਹੜੀਆਂ ਅਟਕਲਾਂ ਸੀ, ਜੋ ਰੁਕਾਵਟਾਂ ਸੀਗੀਆਂ, ਉਹਨਾਂ ਨੂੰ ਪਾਸੇ ਕਰਕੇ ਹੁਣ ਉੱਥੇ ਸ਼ਾਂਤੀ ਨਾਲ ਦੇਖੋ ਲੰਗਰ ਲਾ ਕੇ ਆਪਣੇ ਉਹ ਖੁਦ ਬੈਠੇ ਹੋਏ ਆ, ਆਪਣੇ ਹਿਸਾਬ ਨਾਲ ਉਹ ਆਪਣੀ ਗੱਲ ਮਨਾਉਣ ਤੇ ਅੜੇ ਹੋਏ ਆ, ਬਿਲਕੁਲ ਸ਼ਾਂਤਮਈ ਤਰੀਕੇ ਨਾਲ, ਕਿਸੇ ਨੂੰ ਵੀ ਉਹਨਾਂ ਨੇ ਨੁਕਸਾਨ ਨਹੀਂ ਪਹੁੰਚਾਇਆ। ਤੇ ਇਸ ਤਰੀਕੇ ਨਾਲ ਉਹ ਕਿਰਤੀ ਕਿਸਾਨ ਦੀ ਇੱਕ ਸੱਚੀ ਸੁੱਚੀ ਜਿਹੜੀ ਭਾਵਨਾ ਤਸਵੀਰ ਪੇਸ਼ ਹੋ ਗਈ। ਦਰਸ਼ਕੋ, ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਨੇ ਕਿ ਜੇ ਗੁਰੂ ਨਾਨਕ ਸਾਹਿਬ ਦੇ ਦਿੱਤੇ ਕਨਸੈਪਟ ਨੂੰ ਉਹਨਾਂ ਨੇ ਹੂਬਹੂ ਅੱਜ ਪ੍ਰੈਕਟੀਕਲ ਕਰਕੇ ਸਾਡੇ ਕਿਰਤੀਆਂ ਨੇ, ਕਿਸਾਨਾਂ ਨੇ ਦਿਖਾ ਦਿੱਤਾ। ਜਿੱਥੇ ਬਲ ਦੀ ਪ੍ਰਯੋਗ ਕਰਨ ਦੀ ਲੋੜ ਪਈ, ਉੱਥੇ ਉਹਨਾਂ ਨੇ ਬੜੇ ਸਹੀ ਤਰੀਕੇ ਨਾਲ, ਸਲੀਕਾਬੱਧ ਤਰੀਕੇ ਦੇ ਨਾਲ, ਸ਼ਾਂਤੀ ਨਾਲ, ਬਿਨਾਂ ਕਿਸੇ ਹਥਿਆਰ ਦੇ, ਬਿਨਾਂ ਕਿਸੇ ਹੋਰ ਚੀਜ਼ ਦੇ ਉਸ ਦਾ ਵੀ ਪ੍ਰਯੋਗ ਕੀਤਾ। ਔਰ ਉੱਥੇ ਦਇਆ ਔਰ ਸੱਤ, ਸਬਰ, ਸੰਤੋਖ, ਜਤ, ਅਸੀਂ ਜਤ ਵੀ ਕਹਿ ਸਕਦੇ ਹਾਂ ਇਸ ਵੇਲੇ। ਉੱਥੇ ਬੀਬੀਆਂ ਭੈਣਾਂ ਵੀ ਬੈਠੀਆਂ ਨੇ ਸਾਡੀਆਂ, ਉਹਨਾਂ ਦੀ ਰਾਖੀ ਲਈ ਉਹ ਦਿਨ ਰਾਤ ਇੱਕ ਕਰ ਰਹੇ ਨੇ, ਬੈਠੀਆਂ ਹੋਈਆਂ ਨੇ ਉੱਥੇ ਬੀਬੀਆਂ ਭੈਣਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਸੋ ਉੱਥੇ ਗੁਰੂ ਨਾਨਕ ਦੀ ਦਿੱਤੀ ਹੋਈ ਵਿਚਾਰਧਾਰਾ ਪੂਰੀ ਪਨਪ ਰਹੀ ਹੈ। ਇਸ ਵੇਲੇ ਤੁਹਾਨੂੰ ਦੇਖਣ ਨੂੰ ਨਜ਼ਾਰਾ ਮਿਲੇਗਾ ਦਿੱਲੀ ਦੇ ਵਿੱਚ, ਜੇ ਤੁਸੀਂ ਕੁੰਡਲੀ ਬਾਰਡਰ ਤੇ ਪਹੁੰਚਦੇ ਹੋ ਤੇ ਜੋ ਗੁਰੂ ਨਾਨਕ ਸਾਹਿਬ ਨੇ, ਫਿਰ ਆਪਣੇ ਜਿਹੜਾ ਆਪਣੇ ਦੂਸਰਾ ਹੈਗਾ ਸਿੰਘੂ ਬਾਰਡਰ ਹੈ ਜੀ, ਸਿੰਘੂ ਬਾਰਡਰ ਦੇ ਉੱਪਰ ਜਿਹੜੇ ਬੈਠੇ ਨੇ, ਉਹਨਾਂ ਨੇ ਉੱਥੇ ਬੀਬੀਆਂ ਵੀ ਨੇ ਔਰ ਉੱਥੇ ਜਤ ਵੀ ਪੂਰਾ ਚੱਲ ਰਿਹਾ, ਜਤ ਵੀ ਪੂਰਾ ਹੈ, ਸੱਤ ਵੀ ਪੂਰਾ ਹੈ, ਔਰ ਉੱਥੇ ਸਬਰ ਵੀ ਆ, ਉੱਥੇ ਸੰਤੋਖ ਵੀ ਆ, ਉੱਥੇ ਹਰ ਚੀਜ਼ ਉੱਥੇ ਇਸ ਵੇਲੇ ਗੁਰੂ ਨਾਨਕ ਦੀ ਦਿੱਤੀ ਹੋਈ ਵਰਤ ਰਹੀ ਹੈ। ਸੋ ਇਹਨੂੰ ਅਸੀਂ ਕਹਿ ਸਕਦੇ ਹਾਂ ਸੱਚੇ ਔਰ ਸੁੱਚੇ ਗੁਰੂ ਨਾਨਕ ਦੇ ਸਪੁੱਤਰ ਦੇ ਜਿਹੜੇ ਜਜ਼ਬੇ ਜਜ਼ਬਾਤ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੇ, ਉਹ ਉਹਨਾਂ ਦੇ ਵਿੱਚ ਉਸ ਵੇਲੇ ਉਹ ਠਾਠਾ ਮਾਰ ਰਿਹਾ ਦੇਖ ਰਹੇ ਹਾਂ ਅਸੀਂ। ਇੱਕ ਵੀ ਉਹ ਇੱਕ ਤਿਨਕ ਮਾਤਰ ਵੀ ਉਸ ਤੋਂ ਪਰੇ ਹੋ ਕੇ ਨਹੀਂ ਚੱਲਦੇ। ਤੇ ਇਸ ਮਾਧਿਅਮ ਰਾਹੀਂ ਅੱਜ ਦੇ ਦਿਨ ਅਸੀਂ ਆਪਣੇ ਉਹਨਾਂ ਸੂਰਮਿਆਂ ਨੂੰ, ਉਹਨਾਂ ਗੁਰੂ ਨਾਨਕ ਪੁੱਤਰਾਂ ਨੂੰ, ਧਰਤੀ ਦੇ ਪੁੱਤਰਾਂ ਨੂੰ ਅਸੀਂ ਬਾਰ-ਬਾਰ ਸਲੂਟ ਕਰਦੇ ਹਾਂ। ਔਰ ਗੁਰੂ ਤੁਹਾਡੇ ਨਾਲ ਹੈ, ਗੁਰੂ ਨਾਨਕ ਅੱਜ ਬਿਲਕੁਲ ਤੁਹਾਡੇ ਨਾਲ ਨੇ, ਉਹਨਾਂ ਦੀ ਵਿਚਾਰਧਾਰਾ ਨਾਲ ਹੈ, ਕਿਉਂਕਿ ਉਹ ਇੱਕ ਐਸਾ ਸੂਰਜ ਹੈ ਜਿਹੜਾ ਤੁਹਾਨੂੰ એનર્ਜੀ ਦੇ ਰਿਹਾ, ਜਿਹੜਾ ਤੁਹਾਡੇ ਦਿਮਾਗਾਂ ਨੂੰ ਅੰਗ ਸੰਗ ਵਿੱਚ ਰੌਸ਼ਨੀ ਦੇ ਰਿਹਾ। ਕਹਿੰਦੇ ਜਿੱਥੇ ਗੁਰੂ ਆਪ ਵਰਤ ਰਿਹਾ ਹੋਵੇ ਨਾ, ਉੱਥੇ ਕੋਈ ਥੋੜ ਨਹੀਂ ਆਉਂਦੀ। ਸੋ ਇਹ ਵਰਤ ਰਹੇ ਨੇ। ਸੋ ਗੁਰੂ ਨਾਨਕ ਅੱਜ ਦੇ ਦਿਨ, ਡਾਕਟਰ ਸਾਹਿਬ ਤੁਸੀਂ ਅੱਜ ਦੇ ਦਿਨ ਖਾਸ ਕਰ ਸਿੱਖ ਜਗਤ ਨੂੰ ਇਸ ਦਿਨ ਤੇ ਕੀ ਸੰਕਲਪ ਲੈਣਾ ਚਾਹੀਦਾ, ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਸਿੱਖ ਜਗਤ ਨੂੰ ਅੱਜ ਦੇ ਦਿਨ ਇਹੀ ਸੰਕਲਪ ਲੈਣ ਦੀ ਲੋੜ ਹੈ ਕਿ ਅਸੀਂ ਸਿਰਫ ਗੁਰੂ ਨਾਨਕ ਦੇਵ ਜੀ ਨੂੰ ਇੱਕ ਸਰੀਰ ਵਜੋਂ ਨਾ ਦੇਖ ਕੇ ਉਹਨਾਂ ਦੀ ਵਿਚਾਰਧਾਰਾ ਵਜੋਂ ਅਪਣਾਈਏ। ਜੇ ਉਹਨਾਂ ਦੀ ਵਿਚਾਰਧਾਰਾ ਨੂੰ ਅਸੀਂ ਅਪਣਾ ਲਿਆ, ਕਿਣਕਾ ਮਾਤਰ ਵੀ ਅਸੀਂ ਆਪਣੇ ਦਿਲ 'ਚ ਵਸਾ ਲਿਆ, ਤਾਂ ਅਸੀਂ ਕੀ ਤੋਂ ਕੀ ਹੋ ਸਕਦੇ ਹਾਂ, ਇਹ ਅਮਲ ਕਰਕੇ ਹੀ ਤੁਸੀਂ ਪਰਖ ਸਕਦੇ ਹੋ। ਤੇ ਮੇਰਾ ਖਿਆਲ ਹੈ ਕਿ ਜੇ ਅਸੀਂ ਗੁਰੂ ਨਾਨਕ ਦੀ ਵਿਚਾਰਧਾਰਾ ਤੇ ਜ਼ਰਾ ਮਾਤਰ ਵੀ ਅਮਲ ਕਰ ਲਈਏ ਤਾਂ ਸਾਡਾ ਜੀਵਨ ਧਨ ਹੋ ਸਕਦਾ। ਜੀ, ਇੱਕ ਮੈਂ ਇੱਥੇ ਹੋਰ ਸਾਡੀਆਂ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਜਿਹੜੀਆਂ ਹੈਗੀਆਂ ਨੇ, ਉਹਨਾਂ ਨੂੰ ਵੀ ਇੱਕ
ਇੱਕ ਗੁਜ਼ਾਰਿਸ਼ ਕਰਨਾ ਚਾਹਾਂਗੀ, ਬੇਨਤੀ ਕਰਨਾ ਚਾਹਾਂਗੀ ਕਿ ਸੰਕਲਪ ਇਹ ਲਓ ਕਿ ਤੁਸੀਂ ਜੇ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝਣਾ ਤਾਂ ਫਿਰ ਤੁਸੀਂ ਅੱਜ ਕਿਰਤੀਆਂ ਤੋਂ ਸਮਝ ਸਕਦੇ ਹੋ, ਉਹਨਾਂ ਦੇ ਵਿੱਚ ਦੇਖ ਕੇ ਪ੍ਰੈਕਟੀਕਲ। ਤੁਸੀਂ ਅਜੇ ਵੀ ਥੋੜ੍ਹਾ ਥੋੜ੍ਹਾ ਕਿਤੇ ਨਾ ਕਿਤੇ ਤੁਹਾਡੇ ਅੰਦਰ ਹਉਮੈ ਪਣਪਦੀ ਹੁੰਦੀ ਆ, ਸਟੇਜਾਂ ਦੇ ਉੱਪਰ ਵੀ। ਸੋ ਇਹ ਚੀਜ਼ਾਂ ਸਾਨੂੰ ਅਵੇਅਰ, ਇਹਨਾਂ ਚੀਜ਼ਾਂ ਤੋਂ ਸਾਨੂੰ ਥੋੜ੍ਹਾ ਜਿਹਾ ਪਾਸਾ ਵੱਟਣਾ ਪਊਗਾ। ਸਾਨੂੰ ਗੁਰੂ ਨਾਨਕ ਦੀ ਦਿੱਤੀ ਹੋਈ ਦਇਆ ਉਹਨੂੰ ਧਾਰਨ ਕਰਨਾ ਪਊਗਾ, ਹਉਮੈ ਨੂੰ ਛੱਡ ਕੇ। ਸੋ ਸਹੀ ਮਾਇਨਿਆਂ ਦੇ ਵਿੱਚ ਗੁਰੂ ਨਾਨਕ ਦੇ ਜੇ ਅਸੀਂ ਅਨੁਯਾਈ ਹੋਣ ਦਾ ਜਿਹੜਾ ਮਾਣ ਪ੍ਰਾਪਤ ਕਰਨਾ, ਤੇ ਫਿਰ ਹੂਬਹੂ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਊਗਾ। ਤੇ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਤਾਂ ਮੰਨੀਏ ਲੇਕਿਨ ਉਹਨਾਂ ਦੀ ਨਾ ਮੰਨੀਏ। ਡਾਕਟਰ ਸਾਹਿਬ ਇੱਥੇ ਇੱਕ ਹੋਰ ਹੈ ਕਿ ਮੈਂ ਇੱਕ ਚੀਜ਼ ਤੋਂ ਬੜੀ ਹੈਰਾਨ ਹੁੰਦੀ ਕਦੇ ਕਦੇ, ਕਿ ਜਿਹੜਾ ਇੱਕ ਓਂਕਾਰ ਦਾ ਸਾਨੂੰ ਸਿਧਾਂਤ ਗੁਰੂ ਸਾਹਿਬ ਨੇ ਦਿੱਤਾ, ਊੜੇ ਦਾ ਮੂੰਹ ਖੋਲ ਕੇ ਤੇ ਉਹਦੇ ਨਾਲ ਨਿਊਮੈਰੀਕਲੀ ਜਿਹੜਾ ਹੈਗਾ ਏਕਾ ਲਾਇਆ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ? ਉਹ ਈੜੀ ਨੂੰ ਸਿਹਾਰੀ ਉੱਤੇ ਉਹਦੇ ਕੱਕਾ ਇੱਕ ਓਮਕਾਰ ਵੀ ਲਿਖ ਸਕਦੇ ਸੀ। ਓਮ ਤਾਂ ਵੈਸੇ ਇਹਨਾਂ ਨੇ ਬਣਾਤਾ, ਓਮਕਾਰ। ਤੇ ਉਹ ਥੋੜਾ ਜਿਹਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਵੀ ਉਹ ਜਿਹੜਾ ਨਿਊਮੈਰੀਕਲੀ ਜਿਹੜਾ ਇੱਕ ਪਰਮਾਤਮਾ ਦੀ ਹੋਂਦ ਨੂੰ ਹੀ ਦਰਸਾਉਂਦਾ ਹੈ ਕਿ ਇਹ ਜਿਹੜਾ ਇੱਕ ਹੈ, ਸਿਰਫ ਇੱਕ, ਠੀਕ ਹੈ। ਉਹ ਨਿਊਮੈਰੀਕਲ ਇਸੇ ਕਰਕੇ ਲਾਇਆ ਕਿ ਇੱਕ ਨੂੰ ਜਿਹੜੇ ਸ਼ਬਦਾਂਸ਼ ਦੇ ਵਿੱਚ ਲਿਖਣ ਲੱਗਿਆ ਤਾਂ ਇੱਕ ਨੂੰ ਸਿਹਾਰੀ ਕੱਕਾ ਲਿਖਣਾ ਪਊਗਾ, ਲੇਕਿਨ ਨਿਊਮੈਰੀਕਲ ਉਹ ਇੱਕ ਦੇ ਵਿੱਚ ਹੀ ਸਮਾ ਗਿਆ। ਇਸ ਕਰਕੇ ਉਹ ਜਿਹੜਾ ਹੈ ਇੱਕ ਓਂਕਾਰ ਹੈ, ਇੱਕੋ ਇੱਕ ਪਰਮਾਤਮਾ ਹੈ ਜਿਹੜਾ ਸਭ ਉਤਪਤੀ ਕਰਨ ਵਾਲਾ। ਕਿਤੇ ਕਿਤੇ ਇਹ ਵੀ ਮੈਨੂੰ ਲੱਗਦਾ ਵੀ ਸਾਇੰਟੀਫਿਕ ਲੌਜਿਕ ਇਹ ਵੀ ਸੀ ਗੁਰੂ ਸਾਹਿਬ ਦਾ, ਵੀ ਜੇ ਮੈਂ ਸ਼ਬਦਾਂ 'ਚ ਲਿਖਣ ਲੱਗਾਂਗੇ, ਸ਼ਬਦਾਂ ਦੇ ਵਿੱਚ ਦਿੰਦੇ ਤਾਂ ਈੜੀ ਨੂੰ ਲਗਾ ਮਾਤਰਾ ਲਾ ਕੇ ਉਹ ਕਈ ਕੁਛ ਬਣ ਜਾਣਾ ਸੀਗਾ। ਤੇ ਉਹਨਾਂ ਨੇ ਵੇਖੋ ਕਮਾਲ ਦਾ ਇੱਕ ਕਨਸੈਪਟ ਆ, ਇੱਕ ਜਿਹੜਾ ਨਿਊਮੈਰੀਕਲ ਆ ਜੀ ਉਹ ਸਿਰਫ ਸਿੱਧਾ ਇੱਕ ਹੈ, ਤੇ ਉਹਨੂੰ ਕਿਸੇ ਵੀ ਤਰੀਕੇ ਨਾਲ ਤਰੋੜ ਮਰੋੜ ਕੇ ਜਾਂ ਉਹਦੀ ਜਿਹੜੀ ਥਿਊਰੀ ਹੈ ਉਹ ਕਿਸੇ ਹੋਰ ਪਾਸੇ ਉਹਨੂੰ ਸੰਧੀ ਵਿਛੇਦ ਕਰਕੇ ਉਹਨੂੰ ਕਿਸੇ ਪਾਸੇ ਤਰੋੜਿਆ ਮਰੋੜਿਆ ਜਾ ਸਕਦਾ। ਸੋ ਕਹਿਣ ਦਾ ਭਾਵ ਕਿ ਇਹਦੇ ਤੇ ਵੀ ਆਪਾਂ ਇੱਕ ਪ੍ਰੋਗਰਾਮ ਰੱਖਾਂਗੇ ਇਕੱਲੇ ਇੱਕ ਓਂਕਾਰ ਤੇ, ਬਹੁਤ ਵਿਸਥਾਰ ਦੇ ਨਾਲ ਇਹਦਾ ਜਿਹੜਾ ਆਪਾਂ ਵਿਸਥਾਰ ਕਰ ਸਕਦੇ ਹਾਂ, ਇਹਨੂੰ ਸਮਝ ਸਕਦੇ, ਸਮਝਾ ਸਕਦੇ, ਵਿਚਾਰ ਰੱਖ ਸਕਦੇ ਹਾਂ। ਇਹਦਾ ਊੜੇ ਨਾਲ ਲਾਉਣ ਦਾ ਮਤਲਬ ਕੀ ਹੈ? ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਸ਼ਬਦ ਲਾ ਦਿੱਤੇ, ਸ਼ਬਦਾਂ ਦਾ ਸੰਧੀ ਵਿਛੇਦ ਕਰਕੇ ਕੁਛ ਤੇ ਕੁਛ ਅਰਥ ਕੱਢ ਲੈਣੇ ਸੀਗੇ, ਲੇਕਿਨ ਉਹਨਾਂ ਨੇ ਇੱਕ ਹੀ, ਵੇਖੋ ਪਹਿਲਾਂ ਉਹਦਾ ਗੋਲ ਚੱਕਰ, ਫਿਰ ਏਕਾ, ਮਤਲਬ ਕਿ ਇੱਕੋ ਹੀ ਉਹ ਜਿਹੜਾ ਹੋਲ ਸੀ ਬਲੈਕ ਸੁੰਨ, ਉਹਦੇ ਵਿੱਚੋਂ ਸਾਰੇ ਸੰਸਾਰ ਦੀ ਜਿਹੜੀ ਕਾਰ ਹੋਈ ਹੈ, ਜਿਹੜਾ ਪ੍ਰਕਾਸ਼ ਹੋਇਆ, ਉਤਪਤੀ ਕੀਤੀ ਆ। ਬੜੇ ਇਹਦੇ ਅਰਥ ਨੇ ਤੇ ਸਾਨੂੰ ਸਮਝਣੇ ਪੈਣਗੇ। ਕਈ ਵਾਰੀ ਅਸੀਂ ਇੱਕ ਓਂਕਾਰ ਨੂੰ ਇੱਕ ਓਮ ਆਕਾਰ ਬੋਲ ਦਿੰਦੇ ਆ, ਬੜਾ ਕੁਛ ਹੋ ਰਿਹਾ, ਬੜੀ ਛੇੜਛਾੜ ਹੋ ਰਹੀ ਆ। ਔਰ ਇਸ ਜਿਹੜਾ ਪਰਮਵੀਰ ਤੁਹਾਡੀ ਗੱਲ ਟੋਕ ਰਹੀ ਆ ਕਿ ਇੱਕ ਓਂਕਾਰ ਦੀ ਜਿਹੜੀ ਰਚਨਾ ਹੈਗੀ ਆ, ਜੋ ਉਹਨਾਂ ਦਾ ਲਿਖਿਆ ਹੋਇਆ ਇੱਕ ਓਂਕਾਰ, ਠੀਕ ਹੈ, ਓਮ ਦਾ ਮੂੰਹ ਜਿਹੜਾ ਖੁੱਲਾ ਹੈ ਉਹਨਾਂ ਨੂੰ ਕਈ ਤਰੀਕਿਆਂ ਨਾਲ ਬਦਲੇ ਜਾਂਦੇ, ਠੀਕ ਹੈ, ਉਹ ਵੀ ਠੀਕ ਨਹੀਂ ਹੈ। ਸੋ ਇਹਦੇ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ। ਜੀ ਇਹ ਬਿਲਕੁਲ ਹੋਣੀ ਚਾਹੀਦੀ ਹੈ। ਸਾਡੀ ਗੁਜ਼ਾਰਿਸ਼ ਇਹ ਹੈ ਕਿ ਜਿਹੜੇ ਇਸ ਮੱਦ ਨਾਲ ਸੰਬੰਧਿਤ ਜਿਹੜੇ ਜਿੰਨੇ ਵੀ ਵਿਦਵਾਨ ਹੈਗੇ ਆ, ਉਹਨਾਂ ਨੂੰ ਖੁੱਲ੍ਹ ਕੇ ਚਰਚਾ ਕਰਨੀ ਚਾਹੀਦੀ, ਕਿਉਂਕਿ ਆਮ ਲੋਕਾਂ ਨੂੰ ਨਹੀਂ ਪਤਾ ਇਸ ਚੀਜ਼ ਦਾ। ਉਹ ਤਾਂ ਵਿਚਾਰੇ ਜਦੋਂ ਇਸ ਤਰ੍ਹਾਂ ਦੀ ਚੀਜ਼ ਚੁੱਕਦੇ ਆ, WhatsApp ਤੇ ਪਾ ਦਿੰਦੇ, ਸੋਸ਼ਲ ਮੀਡੀਆ ਤੇ ਪਾ ਦਿੰਦੇ ਆ, ਤੇ ਫਿਰ ਸਾਨੂੰ ਸਾਡੇ ਮਨਾਂ ਨੂੰ ਠੇਸ ਪਹੁੰਚਦੀ ਆ। ਅਸੀਂ ਚਰਚਾ ਜ਼ਰੂਰ ਕਰਦੇ, ਲੇਕਿਨ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ। ਜ਼ਰੂਰ ਕਰਨੀ ਚਾਹੀਦੀ। ਹੋਰ ਵੀ ਬੜੀਆਂ ਸਾਰੀਆਂ ਜਿਹੜੀਆਂ ਕੌਨਸੈਪਟ, ਜਿਹੜਾ ਮੈਂ ਉਸ ਹੀ ਕਿਹਾ ਵੀ ਸ਼ਬਦ ਨਹੀਂ ਹੋਣਗੇ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਦਾ ਕਿਹੜਾ ਪੱਖ ਅਸੀਂ ਜਿਹੜਾ ਉਹ ਬਿਆਨ ਕਰੀਏ, ਬਹੁਤ ਘੱਟ ਸ਼ਬਦ ਨੇ। ਸੋ ਗੁਰੂ ਕਿਰਪਾ ਕਰਨ, ਆਪਣੀ ਉਸਤਤੀ, ਆਪਣੀ ਵਡਿਆਈ ਖੁਦ ਹੀ ਕਰਵਾ ਆਪ ਬੋਲੇ, ਆਪ ਬੁਲਾਵੇ ਤਾਂ ਹੀ ਬੋਲਿਆ ਜਾ ਸਕਦਾ। ਤੇ ਡਾਕਟਰ ਸਾਹਿਬ ਜਾਂਦੇ ਜਾਂਦੇ ਇੱਕ ਵਾਰੀ ਤੁਸੀਂ ਦਰਸ਼ਕਾਂ ਨੂੰ ਇਸ ਦਿਨ ਤੇ ਕੋਈ ਵਧੀਆ ਜਿਹਾ ਸੰਦੇਸ਼ ਆਪਣਾ ਕਨਵੇ ਜ਼ਰੂਰ ਕਰ ਦਿਓ। ਮੈਂ ਇਹੀ ਕਹਾਂਗੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਅਸੀਂ ਇਹ ਸੰਕਲਪ ਲਈਏ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸ਼ਖਸੀਅਤ ਹੈ ਉਹਦੇ ਵਿੱਚੋਂ ਉਹਨਾਂ ਦੀ ਵਿਚਾਰਧਾਰਾ ਨੂੰ ਮੰਨੀਏ। ਅਸੀਂ ਸਿਰਫ ਗੁਰੂ ਨਾਨਕ ਨੂੰ ਮੱਥਾ ਟੇਕਣ ਵਾਲੇ ਨਾ ਬਣੀਏ, ਬਲਕਿ ਗੁਰੂ ਨੂੰ ਮੰਨਦੇ ਹਾਂ ਅਸੀਂ, ਪਰ ਗੁਰੂ ਦੀ ਨਹੀਂ ਮੰਨਦੇ
ਇਸ ਕਰਕੇ ਸਾਨੂੰ ਗੁਰੂ ਨੂੰ ਮੰਨਣ ਦੇ ਨਾਲ ਨਾਲ ਗੁਰੂ ਦੀ ਮੰਨਣ ਦੀ ਲੋੜ ਹੈ ਜੀ ਜਿਹੜੀ ਕਿ ਸਭ ਤੋਂ ਵੱਡੀ ਅੱਜ ਦੇ ਸਮੇਂ ਦੀ ਲੋੜ ਹੈ। ਔਰ ਸਾਨੂੰ ਆਪਣੇ ਅਮਲਾਂ 'ਚ ਉਸ ਨੂੰ ਅਪਣਾਉਣਾ ਪਏਗਾ, ਤਾਂ ਹੀ ਅਸੀਂ ਗੁਰੂ ਦੇ ਸੱਚੇ ਸਿੱਖ ਬਣ ਸਕਦੇ ਹਾਂ। ਬਿਲਕੁਲ ਜੀ। ਅੱਜ ਦੇ ਦਿਨ, ਖਾਸ ਕਰ ਅੱਜ ਦੇ ਦਿਨ ਅਸੀਂ ਮਨਾ ਰਹੇ ਹਾਂ 551ਵਾਂ ਜਿਹੜਾ ਦਿਨ ਗੁਰੂ ਸਾਹਿਬ ਦੇ ਜਿਹੜਾ ਜਦੋਂ ਉਹ ਧਰਤੀ ਦੇ ਸਰੀਰ ਰੂਪ ਦੇ ਵਿੱਚ ਆਏ ਸੀ। ਸੋ ਇਸ ਮੁਬਾਰਕ ਦਿਨ ਦੀਆਂ ਜਿੱਥੇ ਅਸੀਂ ਬਹੁਤ ਬਹੁਤ ਵਧਾਈਆਂ ਸਮੁੱਚੇ ਸਿੱਖ ਜਗਤ ਨੂੰ, ਸਮੁੱਚੇ ਜਗਤ ਨੂੰ ਦੇ ਰਹੇ ਹਾਂ, ਉੱਥੇ ਅਸੀਂ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਾਂਗੇ, ਅਪੀਲ ਕਰਾਂਗੇ ਪਿਆਰ ਨਾਲ ਕਿ ਅੱਜ ਦੇ ਦਿਨ ਸਾਰੇ ਆਪਣੇ ਆਪਣੇ ਮਨਾਂ ਦੇ ਅੰਦਰ ਝਾਤੀ ਜ਼ਰੂਰ ਮਾਰਿਓ ਕਿ ਅਸੀਂ ਕਿੰਨੇ ਕੁ ਗੁਰੂ ਨਾਨਕ ਦੇ ਪੁੱਤਰ, ਗੁਰੂ ਨਾਨਕ ਦੇ ਅਨੁਯਾਈ, ਗੁਰੂ ਨਾਨਕ ਦੇ ਪੈਰੋਕਾਰ ਕਹਾਉਣ ਦੇ ਕਾਬਲ ਹੈ। ਸਾਡੀ ਇਹੀ ਬੇਨਤੀ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ ਔਰ ਇਸੇ ਦਿਨ ਨੂੰ ਸਫਲ ਬਣਾਈਏ। ਅਸੀਂ ਅੱਜ ਦੇ ਦਿਨ ਸੰਕਲਪ ਲੈ ਕੇ, ਕਸਮਾਂ ਖਾ ਕੇ ਕਿ ਅਸੀਂ ਵਾਕਿਆ ਗੁਰੂ ਦੇ ਪੁੱਤਰ ਬਣ। ਸੋ ਇੰਨੀਆਂ ਬੇਨਤੀਆਂ ਦੇ ਨਾਲ ਆਪ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਜੇ ਕੋਈ ਊਣਤਾ ਰਹਿ ਗਈ ਹੋਵੇ ਤਾਂ ਸੰਗਤ ਬਖਸ਼ਣਹਾਰ ਹੈ। ਸੋ ਆਪਣੇ ਮਾਫੀ ਚਾਹੁੰਦੇ